क्यूबिटेक स्टूडियो ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸਪੈਸ਼ਲ ਐਕਟੀਵਿਟੀ ਦਾ 7ਵਾਂ ਭਾਗ ਪੜਾਂਗੇ, ਬੁਨਿਆਦੀ ਸਿਧਾਂਤ ਅਤੇ ਗੇਜ ਇਨਵੇਰੀਐਂਸ। ਇਸ ਦੇ ਵਿੱਚ ਅਸੀਂ ਇਹ ਵਾਲੀ ਟੌਪਿਕ ਪੜਾਂਗੇ, ਸਿਧਾਂਤਾਂ ਦਾ ਸਾਰਾਂਸ਼, ਗੇਜ ਇਨਵੇਰੀਐਂਸ, ਸਮਿਟਰੀ ਉਦਾਹਰਨਾਂ, ਇੱਕ ਨਵੀਂ ਕਿਸਮ ਦੀ ਇਨਵੇਰੀਐਂਸ, ਗਤੀ ਦੀਆਂ ਇਕੁਏਸ਼ਨਾਂ ਅਤੇ ਦ੍ਰਿਸ਼ਟੀਕੋਣ। ਆਓ ਸ਼ੁਰੂਆਤ ਕਰਦੇ ਹਾਂ। ਤਾਂ 8 ਸਵਾਲ ਕਰਦਾ, ਭੌਤਿਕ ਵਿਗਿਆਨੀ ਲੀਸਟ ਐਕਸ਼ਨ, ਲੋਕੈਲਿਟੀ, ਲਾਰੈਂਸ ਇਨਵੇਰੀਐਂਸ ਵਰਗੇ ਬੁਨਿਆਦੀ ਸਿਧਾਂਤਾਂ 'ਤੇ ਇੰਨੇ ਕਿਉਂ ਅਟਕ ਗਏ ਹੈ, ਹੋਰ ਕਿਹੜਾ ਸਿਧਾਂਤ ਰਹਿ ਗਿਆ? ਤਾਂ ਉਸਦਾ ਦੋਸਤ ਜਵਾਬ ਦਿੰਦਾ, ਲੈਨੀ ਗੇਜ ਇਨਵੇਰੀਐਂਟ ਦਾ ਸਿਧਾਂਤ ਰਹਿ ਗਿਆ। ਨਵੀਆਂ ਜਿਹੜੀਆਂ ਸਿਧਾਂਤ ਨੇ, ਜਿਹੜੇ ਇਹ ਨਵੀਆਂ ਥਿਊਰੀਆਂ ਦਾ ਮੁਲਾਂਕਣ ਕਰਨ ਵਿੱਚ ਸਾਡੀ ਮਦਦ ਕਰਦੇ ਆ, ਅਤੇ ਇੱਕ ਸਿਧਾਂਤ ਜੋ ਉਹਨਾਂ ਦੀ ਉਲੰਘਣਾ ਕਰਦਾ ਸ਼ਾਇਦ ਗਲਤ ਸਿਧਾਂਤ ਹੁੰਦਾ। ਇਸ ਕਰਕੇ ਕਈ ਵਾਰੀ ਮੈਨੂੰ ਇਸ ਗੱਲ 'ਤੇ ਮੁੜ ਵਿਚਾਰ ਕਰਨ ਦੀ ਮਜਬੂਰ ਕੀਤਾ ਜਾਂਦਾ ਕਿ ਬੁਨਿਆਦੀ ਤੋਂ ਸਾਡਾ ਕੀ ਮਤਲਬ ਹੈ। ਤਾਂ ਉਸਦਾ ਦੋਸਤ ਫੇਰ ਸਵਾਲ ਕਰਦਾ 8, ਕਹਿੰਦਾ ਠੀਕ ਹੈ, ਤੇਜ਼ ਰਫ਼ਤਾਰ ਵਾਲੀ ਰੇਲ ਮਾਰਗ ਕਾਰ ਇਹ ਲੋਰੈਂਸ ਇਨਵੇਰੀਐਂਟ ਹੁੰਦੀ ਹੈ। ਇਹ ਟਰੈਕ ਹੇਠਾਂ ਦੌੜ ਰਹੀ ਹੈ, ਇਸ ਲਈ ਇਸ ਵਿੱਚ ਲੋੜੀਂਦਾ ਸਾਰਾ ਐਕਸ਼ਨ ਹੁੰਦਾ ਹੈ। ਇਹ ਹਰ ਸਟੇਸ਼ਨ 'ਤੇ ਰੁਕਦੀ ਹੈ, ਇਸ ਲਈ ਇਹ ਲੋਕਲ ਹੈ। ਤਾਂ ਮੰਨ ਲਓ ਕਿ ਸਾਡੇ ਇੱਕ ਸਿਧਾਂਤ ਭੌਤਿਕ ਵਿਗਿਆਨੀ ਕਿਸੇ ਨਵੇਂ ਖੋਜੇ ਵਰਤਾਰੇ ਨੂੰ ਸਮਝਾਉਣ ਲਈ ਇੱਕ ਥਿਊਰੀ ਬਣਾਉਣਾ ਚਾਹੁੰਦੇ ਆ। ਨਵੀਂ ਥਿਊਰੀ ਕੁਝ ਨਿਯਮ ਜਾਂ ਬੁਨਿਆਦੀ ਸਿਧਾਂਤ ਅਪਣਾਉਣ ਦੀ ਉਮੀਦ ਕੀਤੀ ਜਾਂਦੀ ਹੈ। 4 ਸਿਧਾਂਤ ਹਨ ਜੋ ਸਾਰੇ ਭੌਤਿਕੀ ਨਿਯਮਾਂ ਨੂੰ ਨਿਯੰਤਰਿਤ ਕਰਦੇ ਲੱਗਦੇ ਹਨ। ਸੰਖੇਪ ਰੂਪ ਦੇ ਵਿੱਚ ਇਹ ਸਿਧਾਂਤ ਹੈ, ਪਹਿਲਾ ਐਕਸ਼ਨ ਪ੍ਰਿੰਸੀਪਲ, ਦੂਜਾ ਲੋਕੈਲਿਟੀ ਜਿਸ ਨੂੰ ਆਪਾਂ ਪੰਜਾਬੀ 'ਚ ਸਥਾਨਿਕਤਾ ਕਹਿ ਸਕਦੇ ਹਾਂ, ਤੀਜਾ ਲਾਰੈਂਸ ਇਨਵੇਰੀਐਂਸ, ਅਤੇ ਚੌਥਾ ਹੈ ਗੇਜ ਇਨਵੇਰੀਐਂਸ। ਯਾਨੀ ਕਿ ਅਗਰ ਕਿਸੇ ਨੇ ਨਵੀਂ ਥਿਊਰੀ ਬਣਾਉਣੀ ਹੈ ਫਿਜ਼ਿਕਸ ਦੇ ਵਿੱਚ, ਤਾਂ ਉਸਨੂੰ ਇਹ 4 ਸਿਧਾਂਤ ਅਪਣਾਉਣੇ ਪੈਣਗੇ, ਲੀਸਟ ਐਕਸ਼ਨ, ਲੋਕੈਲਿਟੀ, ਲਾਰੈਂਸ ਇਨਵੇਰੀਐਂਸ ਅਤੇ ਗੇਜ ਇਨਵੇਰੀਐਂਸ। ਇਹ ਸਿਧਾਂਤ ਸਾਰੀ ਭੌਤਿਕ ਵਿਗਿਆਨ ਦੇ ਵਿੱਚ ਸਰਵ ਵਿਆਪਕ ਹੈ। ਹਰੇਕ ਗਿਆਤ ਥਿਊਰੀ, ਚਾਹੇ ਇਹ ਜਨਰਲ ਰਿਲੇਟੀਵਿਟੀ ਹੋਵੇ, ਚਾਹੇ ਕੁਆਂਟਮ ਇਲੈਕਟ੍ਰੋਡਾਇਨਮਿਕਸ ਹੋਵੇ, ਪਾਰਟੀਕਲ ਫਿਜ਼ਿਕਸ ਦਾ ਸਟੈਂਡਰਡ ਮਾਡਲ ਹੋਵੇ, ਜਾਂ ਫਿਰ ਯੰਗ ਮਿਲਸ ਥਿਊਰੀ ਹੋਵੇ, ਇਹਨਾਂ ਸਿਧਾਂਤਾਂ ਦੇ ਅਨੁਕੂਲ ਹੁੰਦੀ ਹੈ। ਪਹਿਲੇ 3 ਪ੍ਰਿੰਸੀਪਲ ਜਾਣੇ ਪਛਾਣੇ ਹੋਣੇ ਚਾਹੀਦੇ ਆ, ਐਕਸ਼ਨ ਪ੍ਰਿੰਸੀਪਲ, ਲੋਕੈਲਿਟੀ ਅਤੇ ਲਾਰੈਂਸ ਇਨਵੇਰੀਐਂਸ। ਗੇਜ ਇਨਵੇਰੀਐਂਸ ਜਿਹੜਾ ਚੌਥਾ ਸਿਧਾਂਤ ਹੈ, ਇਹ ਨਵਾਂ ਸਿਧਾਂਤ ਹੈ। ਅਸੀਂ ਇਸ ਨੂੰ ਪਹਿਲਾਂ ਨਹੀਂ ਦੇਖਿਆ। ਇਸ ਲੈਕਚਰ ਦਾ ਮੁੱਖ ਮਕਸਦ ਇਸ ਨਵੀਂ ਯੋਜਨਾ ਨੂੰ ਪੇਸ਼ ਕਰਨਾ ਹੈ। ਗੇਜ ਇਨਵੇਰੀਐਂਸ ਬਾਰੇ ਹੈ ਇਹ ਸਾਡਾ ਲੈਕਚਰ ਜਿਹੜਾ ਅੱਜ ਦਾ। ਅਸੀਂ ਸਾਰੇ 4 ਬੁਨਿਆਦੀ ਸਿਧਾਂਤਾਂ ਦੇ ਸਾਰਾਂਸ਼ ਦੇ ਨਾਲ ਸ਼ੁਰੂ ਕਰਾਂਗੇ। ਪਹਿਲਾਂ ਥੋੜ੍ਹਾ ਪਹਿਲੇ ਜਿਹੜੇ 3 ਨੇ ਇਹਨਾਂ ਨੂੰ ਪੜ੍ਹਾਂਗੇ। ਤਾਂ ਪਹਿਲਾ ਸਾਡਾ ਅੱਜ ਦਾ ਟੌਪਿਕ ਹੈ ਐਕਸ਼ਨ ਪ੍ਰਿੰਸੀਪਲ। ਪਹਿਲਾ ਨਿਯਮ ਇਹ ਹੈ ਕਿ ਭੌਤਿਕੀ ਵਰਤਾਰਾ ਇੱਕ ਐਕਸ਼ਨ ਪ੍ਰਿੰਸੀਪਲ ਰਾਹੀਂ ਦਰਸਾਇਆ ਜਾਂਦਾ ਹੈ। ਕੋਈ ਵੀ ਭੌਤਿਕੀ ਵਰਤਾਰਾ ਜੋ ਸਾਨੂੰ ਇਸ ਪੈਟਰਨ ਦੇ ਕਿਸੇ ਅਪਵਾਦ ਬਾਰੇ ਨਹੀਂ ਪਤਾ। ਊਰਜਾ ਕੰਜ਼ਰਵੇਸ਼ਨ ਦੀ ਜਿਹੜੀ ਧਾਰਨਾ ਹੈ, ਸਿਰਫ ਇੱਕ ਉਦਾਹਰਨ ਦਾ ਹਵਾਲਾ ਦੇਣ ਦੇ ਲਈ ਪੂਰੀ ਤਰ੍ਹਾਂ ਐਕਸ਼ਨ ਸਿਧਾਂਤ ਦੁਆਰਾ ਹੀ ਲਈ ਜਾਂਦੀ ਹੈ। ਇਹ ਮੋਮੈਂਟਮ ਕੰਜ਼ਰਵੇਸ਼ਨ ਅਤੇ ਕੰਜ਼ਰਵੇਸ਼ਨ ਨਿਯਮਾਂ ਅਤੇ ਆਮ ਸਮਿਟਰੀਆਂ ਦੇ ਦਰਮਿਆਨ ਸੰਬੰਧਾਂ ਲਈ ਵੀ ਸੱਚ ਹੁੰਦਾ। ਜੇਕਰ ਤੁਸੀਂ ਗਤੀ ਦੀਆਂ ਇਕੁਏਸ਼ਨਾਂ ਲਿਖਦੇ ਹੋ ਤਾਂ ਇਹ ਪੂਰੀ ਤਰ੍ਹਾਂ ਸਮਝ ਬਣਾ ਸਕਦੀਆਂ, ਪਰ ਜੇਕਰ ਇਹ ਇੱਕ ਐਕਸ਼ਨ ਪ੍ਰਿੰਸੀਪਲ ਤੋਂ ਵੀ ਉਤਪੰਨ ਨਾ ਹੁੰਦੀਆਂ ਹੋਵੇ ਤਾਂ ਅਸੀਂ ਐਨਰਜੀ ਅਤੇ ਮੋਮੈਂਟਮ ਕੰਜ਼ਰਵੇਸ਼ਨ ਦੀ ਗਰੰਟੀ ਦੇਣੀ ਛੱਡ ਦੇਵਾਂਗੇ। ਐਨਰਜੀ ਕੰਜ਼ਰਵੇਸ਼ਨ ਖਾਸ ਕਰਕੇ ਐਕਸ਼ਨ ਪ੍ਰਿੰਸੀਪਲ ਦਾ ਨਤੀਜਾ ਹੁੰਦੀ ਹੈ, ਜਿਸ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਇੱਕ ਫਿਕਸ ਮਾਤਰਾ ਰਾਹੀਂ ਟਾਈਮ ਖਿਸਕਣ ਅਧੀਨ ਚੀਜ਼ਾਂ ਜਿਹੜੀਆਂ ਉਹ ਇਨਵੇਰੀਐਂਟ ਰਹਿੰਦੀਆਂ, ਸਥਿਰ ਰਹਿੰਦੀਆਂ। ਇੱਕ ਟਰਾਂਸਫਰਮੇਸ਼ਨ ਜਿਸ ਨੂੰ ਅਸੀਂ ਇੱਕ ਟਾਈਮ ਟਰਾਂਸਲੇਸ਼ਨ ਕਹਿੰਦੇ ਹਾਂ, ਯਾਨੀ ਕਿ ਟਾਈਮ ਟਰਾਂਸਲੇਸ਼ਨ ਦੇ ਅਧੀਨ ਜਿਹੜੇ ਨਿਯਮ ਨੇ ਉਹ ਇਨਵੇਰੀਐਂਟ ਰਹਿੰਦੇ, ਉਹਨਾਂ ਦੀ ਇਕੁਏਸ਼ਨਾਂ ਨਹੀਂ ਹੋਈ, ਉਹਨਾਂ 'ਚ ਚੇਂਜ ਨਹੀਂ ਆਉਂਦੀ ਕੋਈ। ਇਸ ਲਈ ਇਹ ਸਾਡਾ ਪਹਿਲਾ ਪ੍ਰਿੰਸੀਪਲ ਹੈ, ਇੱਕ ਅਜਿਹਾ ਐਕਸ਼ਨ ਲੱਭਣਾ ਕਿ ਨਤੀਜਨ ਜਿਹੜੀ ਗਤੀ ਦੀਆਂ ਇਕੁਏਸ਼ਨਾਂ ਨੇ ਉਹ ਪ੍ਰਯੋਗਸ਼ਾਲਾ ਵਿੱਚ ਖੋਜੇ ਵਰਤਾਰੇ ਦਰਸਾਉਂਦੀਆਂ ਹੋਣ।
ਅਸੀਂ ਦੋ ਕਿਸਮ ਦੇ ਐਕਸ਼ਨ ਦੇਖੇ ਹੈ। ਇੱਕ ਤਾਂ ਕਣ ਗਤੀ ਦੇ ਲਈ ਐਕਸ਼ਨ, ਜਿਹੜਾ ਕਿ ਇਹ ਹੁੰਦਾ ਐਕਸ਼ਨ, ਕਣ ਦਾ ਜੋ ਐਕਸ਼ਨ ਹੈ ਇੰਟੀਗਰਲ ਹੁੰਦਾ ਇਹ d4x, ਅਤੇ ਲਗਰਾਂਜੀਅਨ ਦਾ ਇੰਟੀਗਰਲ ਹੁੰਦਾ d4x, ਤੇ ਲਗਰਾਂਜੀਅਨ ਹੁੰਦਾ ਜਿਹੜਾ ਇਹ ਐਕਸ ਦਾ ਪੋਜੀਸ਼ਨ ਦਾ ਅਤੇ ਵੈਲੋਸਿਟੀ ਦਾ ਫੰਕਸ਼ਨ ਹੁੰਦਾ, ਐਕਸ ਤੇ ਐਕਸ ਡਾਟ ਦਾ, ਜਿੱਥੇ ਐਲ ਲਗਰਾਂਜੀਅਨ ਪ੍ਰਸਤੁਤ ਕਰਦਾ। ਅਤੇ ਫੀਲਡ ਥਿਊਰੀਆਂ ਦੇ ਲਈ ਐਕਸ਼ਨ ਇਹ ਹੁੰਦਾ ਹੈ, ਐਕਸ਼ਨ ਫੀਲਡ ਆ ਜਿਹੜਾ ਇਹ d4x ਦੇ ਸੰਦਰਭ ਦੇ ਵਿੱਚ ਲਗਰਾਂਜੀਅਨ ਫਾਈ ਅਤੇ ਫਾਈ ਮਿਊ ਦੇ ਮਿਊ ਦਾ ਫੰਕਸ਼ਨ ਹੁੰਦਾ, ਜਿਹੜਾ ਲਗਰਾਂਜੀਅਨ ਹੈ ਇਸ ਲਗਰਾਂਜੀਅਨ ਦਾ ਇੰਟੀਗਰਲ ਹੁੰਦਾ। ਲਗਰਾਂਜੀਅਨ ਫਾਈ ਅਤੇ ਫਾਈ ਮਿਊ ਦਾ ਫੰਕਸ਼ਨ ਹੈ। ਤਾਂ ਫੀਲਡ ਥਿਊਰੀਆਂ ਲਈ ਐਲ ਲਗਰਾਂਜੀਅਨ ਡੈਂਸਿਟੀ ਪ੍ਰਸਤੁਤ ਕਰਦਾ ਹੁੰਦਾ। ਅਸੀਂ ਦੇਖਿਆ ਕਿ ਕਿਵੇਂ ਈਲਰ ਲਗਰਾਂਜ ਇਕੁਏਸ਼ਨਾਂ ਇਹਨਾਂ ਦੋਵੇਂ ਮਾਮਲਿਆਂ ਨੂੰ ਨਿਯੰਤਰਿਤ ਕਰਦੀਆਂ। ਅਸੀਂ ਇਹਨਾਂ ਬਾਰੇ ਪਹਿਲਾਂ ਪੜ੍ਹਿਆ। ਹੁਣ ਦੂਜਾ ਅੱਜ ਦਾ ਸਿਧਾਂਤ ਆ ਲੋਕੈਲਿਟੀ। ਲੋਕੈਲਿਟੀ ਦਾ ਅਰਥ ਹੈ ਕਿ ਇੱਕ ਸਥਾਨ 'ਤੇ ਵਾਪਰ ਰਹੀਆਂ ਚੀਜ਼ਾਂ ਸਿਰਫ ਸਿੱਧੇ ਤੌਰ 'ਤੇ ਸਪੇਸ ਅਤੇ ਟਾਈਮ ਦੇ ਵਿੱਚ ਨਜ਼ਦੀਕੀ ਹਾਲਤਾਂ 'ਤੇ ਹੀ ਅਸਰ ਪਾਉਂਦੀਆਂ। ਜੇਕਰ ਤੁਸੀਂ ਕਿਸੇ ਸਿਸਟਮ ਨੂੰ ਸਮੇਂ ਅਤੇ ਸਪੇਸ ਦੇ ਕਿਸੇ ਬਿੰਦੂ 'ਤੇ ਛੇੜ ਦਿੰਦੇ ਆ, ਤਾਂ ਇਸਦਾ ਸਿੱਧਾ ਪ੍ਰਭਾਵ ਆ ਜਿਹੜਾ ਇਸ ਦਾ ਨੇੜੇ ਦੀਆਂ ਚੀਜ਼ਾਂ 'ਤੇ ਹੁੰਦਾ ਹੈ। ਉਦਾਹਰਨ ਲਈ, ਜੇਕਰ ਤੁਸੀਂ ਕਿਸੇ ਸਾਰੰਗੀ ਦੀ ਤਾਰ ਨੂੰ ਇਸਦੇ ਇੱਕ ਸਿਰੇ ਤੋਂ ਸੱਟ ਲਗਾਓ, ਤਾਂ ਸਿਰਫ ਇਸਦੇ ਨਜ਼ਦੀਕ ਗਵਾਂਢ ਦੇ ਵਿੱਚ ਹੀ ਇਸਦਾ ਤੁਰੰਤ ਅਸਰ ਮਹਿਸੂਸ ਹੁੰਦਾ ਹੈ। ਬੇਸ਼ੱਕ ਗਵਾਂਢੀ ਦੀ ਗਤੀ ਦਾ ਅਸਰ ਇਸ ਦੇ ਗਵਾਂਢ ਵਿੱਚ ਵੀ ਹੋਵੇਗਾ ਅਤੇ ਅੱਗੇ ਅੱਗੇ ਲੜੀ ਬਣਦੀ ਜਾਵੇਗੀ। ਟਾਈਮ ਪਾ ਕੇ ਇਸ ਦਾ ਅਸਰ ਤਾਰ ਦੀ ਸਾਰੀ ਲੰਬਾਈ ਦੇ ਨਾਲ ਮਹਿਸੂਸ ਹੋਵੇਗਾ, ਪਰ ਘੱਟ ਟਾਈਮ ਦੇ ਵਿੱਚ ਅਸਰ ਜਿਹੜਾ ਉਹ ਲੋਕਲ ਹੀ ਹੁੰਦਾ ਹੈ। ਜਿਹੜਾ ਜਲਦੀ ਤੋਂ ਜਲਦੀ ਅਸਰ ਉਹਦੇ ਨੇੜੇ ਦੀਆਂ ਚੀਜ਼ਾਂ 'ਤੇ ਹੀ ਹੁੰਦਾ। ਅਸੀਂ ਕਿਵੇਂ ਗਰੰਟੀ ਦਿੰਦੇ ਹਾਂ ਕਿ ਇੱਕ ਥਿਊਰੀ ਲੋਕੈਲਿਟੀ ਦੀ ਪ੍ਰਵਾਹ ਕਰਦੀ ਹੈ? ਇੱਕ ਵਾਰੀ ਫੇਰ ਤੋਂ ਇਹ ਐਕਸ਼ਨ ਰਾਹੀਂ ਹੀ ਹੁੰਦਾ ਹੈ। ਉਦਾਹਰਨ ਲਈ, ਮੰਨ ਲਓ ਅਸੀਂ ਇੱਕ ਕਣ ਦੇ ਬਾਰੇ ਗੱਲ ਕਰ ਰਹੇ ਹਾਂ। ਉਸ ਮਾਮਲੇ ਵਿੱਚ ਐਕਸ਼ਨ ਪਾਰਟੀਕਲ ਟ੍ਰਜੈਕਟਰੀ ਦੇ ਨਾਲ ਨਾਲ ਟਾਈਮ dt ਦੇ ਉੱਪਰ ਇੱਕ ਇੰਟੀਗਰਲ ਹੁੰਦਾ ਹੈ। ਲੋਕੈਲਿਟੀ ਯਕੀਨੀ ਬਣਾਉਣ ਦੇ ਲਈ ਇੰਟੀਗ੍ਰੈਂਡ ਜਿਹੜਾ ਹੁੰਦਾ ਲਗਰਾਂਜੀਅਨ ਐਲ ਹੁੰਦਾ, ਜੋ ਇਸ ਦਾ ਸਿਸਟਮ ਦੇ ਕੋਆਰਡੀਨੇਟਾਂ ਦੇ ਉੱਤੇ ਨਿਰਭਰ ਕਰਨਾ ਜ਼ਰੂਰੀ ਹੋਣਾ ਚਾਹੀਦਾ ਹੈ। ਇੱਕ ਕਣ ਦੇ ਵਾਸਤੇ ਇਸ ਦਾ ਅਰਥ ਹੈ ਕਿ ਕਣ ਦੇ ਕੰਪੋਨੈਂਟਾਂ ਦੀ ਪੋਜੀਸ਼ਨ ਅਤੇ ਪੋਜੀਸ਼ਨਾਂ ਦੇ ਪਹਿਲੇ ਟਾਈਮ ਡੈਰੀਵੇਟਿਵ ਗਵਾਂਢੀ ਟਾਈਮ ਬਿੰਦੂ ਟਾਈਮ ਡੈਰੀਵੇਟਿਵਾਂ ਰਾਹੀਂ ਖੇਡ ਵਿੱਚ ਆਉਂਦੇ ਹੈ। ਆਖਰ ਨੂੰ ਡੈਰੀਵੇਟਿਵ ਉਹ ਚੀਜ਼ਾਂ ਹੁੰਦੀਆਂ ਜੋ ਨਜ਼ਦੀਕ ਗੁਆਂਢੀਆਂ ਦਰਮਿਆਨ ਸੰਬੰਧਾਂ ਨੂੰ ਪਕੜਦੀਆਂ। ਫਿਰ ਵੀ ਉੱਚ ਡੈਰੀਵੇਟਿਵ ਰੱਦ ਕੀਤੇ ਜਾਂਦੇ ਹਨ ਕਿਉਂਕਿ ਪਹਿਲੇ ਡੈਰੀਵੇਟਿਵਾਂ ਤੋਂ ਉਹ ਘੱਟ ਲੋਕਲ ਹੁੰਦੇ ਹਨ। ਇਹਨਾਂ ਨੂੰ ਸਿਧਾਂਤਕ ਅਤੇ ਪ੍ਰਯੋਗਾਤਮਕ ਨਤੀਜਿਆਂ ਦੇ ਇੱਕ ਵੱਡੇ ਸਮੂਹ ਦੁਆਰਾ ਵੀ ਨਕਾਰ ਦਿੱਤਾ ਜਾਂਦਾ ਹੈ। ਫੀਲਡ ਥਿਊਰੀਆਂ ਸਪੇਸ ਅਤੇ ਟਾਈਮ ਦੇ ਇੱਕ ਵੋਲੀਅਮ ਦੇ ਵਿੱਚ ਰੱਖੀ ਇੱਕ ਫੀਲਡ ਦਰਸਾਉਂਦੀਆਂ। ਤਸਵੀਰ 4.2 ਤੇ 5.1 ਅਸੀਂ ਜਿਵੇਂ ਪਹਿਲਾਂ ਦੇਖੀ ਹੈ, ਇਸ ਦੇ ਵਿੱਚ ਇੱਕ ਵੋਲੀਅਮ 'ਚ ਰੱਖੀ ਹੋਈ ਇੱਕ ਫੀਲਡ ਦਰਸਾਉਂਦੀਆਂ। ਮੈਂ ਤਸਵੀਰ ਤੁਹਾਡੇ ਲਈ ਦਿਖਾ ਵੀ ਦਿੰਦਾ। ਇਹ 4.2 ਨੰਬਰ ਤਸਵੀਰ ਹੈ। ਇਸ ਦੇ ਵਿੱਚ ਇੱਕ ਕਣ ਹੈ ਜਿਹੜਾ 3 ਸਪੇਸ ਟਾਈਮ ਦੇ ਇਹਦੇ ਵਿੱਚ ਹੈ, ਡਾਇਮੈਂਸ਼ਨਾਂ ਦੇ ਵਿੱਚ ਹੈ, XYZ ਡਾਇਮੈਂਸ਼ਨਾਂ 'ਚ 3 ਵਿੱਚ ਇੱਕ ਡੱਬੇ ਵਿੱਚ ਹੈ ਜਿਵੇਂ ਵੋਲੀਅਮ ਵਿੱਚ। ਅਤੇ ਇੱਕ ਫੀਲਡ ਦੀ ਤਸਵੀਰ ਇਹ ਵਾਲੀ ਹੈ। ਇਸ ਦੇ ਵਿੱਚ ਇੱਕ ਵੋਲੀਅਮ ਦੇ ਵਿੱਚ ਇੱਕ ਫੀਲਡ ਆ, ਜਿਸ ਦੇ ਵਿੱਚ ਜਿਵੇਂ ਇਸ ਦਾ ਰਸਤਾ ਇਹ ਕਣ ਦਾ ਰਸਤਾ ਜਿਹੜਾ ਇੱਥੋਂ ਲੈ ਕੇ ਇੱਥੇ ਤੱਕ ਇਹ ਜਾਂਦਾ ਹੈ ਕਣ 5.1 ਨੰਬਰ ਵਿੱਚ। ਅਤੇ ਦੂਜੀ ਜਿਹੜੀ ਤਸਵੀਰ ਹੈ ਇਹ ਵਾਲੀ ਫੀਲਡ ਦੀ ਤਸਵੀਰ ਹੈ ਜੋ ਫਾਈ ਹੈ P0 X0 Y0 ਦੇ ਉੱਤੇ। 4.2 ਨੰਬਰ ਤਸਵੀਰ ਇਹ ਫੀਲਡ ਦੀ ਤਸਵੀਰ ਹੈ। ਆਓ ਹੁਣ ਅੱਗੇ ਪੜ੍ਹਦੇ ਹਾਂ। ਤਾਂ ਐਕਸ਼ਨ ਨਾ ਕੇਵਲ ਟਾਈਮ ਉੱਪਰ ਇੱਕ ਇੰਟੀਗਰਲ ਹੁੰਦਾ, ਸਗੋਂ ਸਪੇਸ d4x ਉੱਪਰ ਵੀ ਇੱਕ ਇੰਟੀਗਰਲ ਹੁੰਦਾ। ਇਸ ਮਾਮਲੇ ਵਿੱਚ ਲੋਕੈਲਿਟੀ ਦੱਸਦੀ ਹੈ ਕਿ ਲਗਰਾਂਜੀਅਨ ਫੀਲਡ ਫਾਈ ਅਤੇ ਐਕਸ ਮਿਊ ਦੇ ਸੰਦਰਭ ਦੇ ਵਿੱਚ ਇਸ ਦੇ ਪਾਰਸ਼ਲ ਡੈਰੀਵੇਟਿਵ ਉੱਤੇ ਨਿਰਭਰ ਕਰਦਾ। ਅਸੀਂ ਇਹਨਾਂ ਡੈਰੀਵੇਟਿਵਾਂ ਨੂੰ ਫਾਈ ਮਿਊ ਕਹਿੰਦੇ ਹਾਂ। ਇਹ ਗਾਰੰਟੀ ਦੇਣ ਲਈ ਕਾਫੀ ਹੁੰਦਾ ਕਿ ਚੀਜ਼ਾਂ ਕੇਵਲ ਆਪਣੇ ਨਜ਼ਦੀਕੀ ਗਵਾਂਢੀਆਂ ਨੂੰ ਹੀ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ। ਤੁਸੀਂ ਇੱਕ ਸੰਸਾਰ ਦੀ ਕਲਪਨਾ ਕਰ ਸਕਦੇ ਹੋ ਜਿਸ ਵਿੱਚ ਇੱਕ ਸਥਾਨ 'ਤੇ ਕਿਸੇ ਚੀਜ਼ ਨੂੰ ਛੇੜਨਾ ਕਿਸੇ ਦੂਜੇ ਸਥਾਨ ਵਿੱਚ ਇੱਕ ਤੁਰੰਤ ਅਸਰ ਕਰਦਾ।
ਉਸ ਮਾਮਲੇ ਵਿੱਚ ਲੈਗਰਾਂਜੀਅਨ ਨਾ ਕੇਵਲ ਨਜ਼ਦੀਕੀ ਗਵਾਂਢੀਆਂ ਉੱਤੇ ਡੈਰੀਵੇਟਿਵਾਂ ਰਾਹੀਂ ਨਿਰਭਰ ਕਰਦਾ ਹੋਵੇਗਾ, ਸਗੋਂ ਅਜਿਹੀਆਂ ਹੋਰ ਚੀਜ਼ਾਂ 'ਤੇ ਵੀ ਨਿਰਭਰ ਕਰਦਾ ਹੋਵੇਗਾ ਜੋ ਇੱਕ ਦੂਰੀ ਉੱਤੇ ਐਕਸ਼ਨ ਦੀ ਆਗਿਆ ਦਿੰਦੀਆਂ। ਲੋਕੈਲਿਟੀ ਇਸ ਦੀ ਆਗਿਆ ਨਹੀਂ ਦਿੰਦੀ। ਕੁਆਂਟਮ ਮਕੈਨਿਕਸ ਬਾਬਤ ਇੱਕ ਸੰਖੇਪ ਸ਼ਬਦ ਹੈ ਕਿ ਕੁਆਂਟਮ ਮਕੈਨਿਕਸ ਇੱਕ ਇਸ ਕੋਰਸ ਦੇ ਸਕੋਪ ਤੋਂ ਬਾਹਰ ਹੈ। ਫਿਰ ਵੀ ਬਹੁਤ ਸਾਰੇ ਪਾਠਕ ਹੈਰਾਨ ਹੋ ਸਕਦੇ ਹਨ ਕਿ ਲੋਕੈਲਿਟੀ ਸਿਧਾਂਤ ਕੁਆਂਟਮ ਮਕੈਨਿਕਸ 'ਤੇ ਕਿਵੇਂ ਲਾਗੂ ਹੁੰਦਾ ਹੈ। ਆਓ ਜਿੰਨਾ ਸੰਭਵ ਹੋ ਸਕੇ ਸਪਸ਼ਟ ਕਰੀਏ। ਇਹ ਲਾਗੂ ਹੁੰਦਾ ਹੈ। ਕੁਆਂਟਮ ਮਕੈਨੀਕਲ ਇੰਟੈਂਗਲਮੈਂਟ ਨੂੰ ਅਕਸਰ ਗੁੰਮਰਾਹਕੁੰਨ ਢੰਗ ਦੇ ਨਾਲ ਗੈਰ ਸਥਾਨਿਕਤਾ, ਗੈਰ ਲੋਕੈਲਿਟੀ ਕਿਹਾ ਜਾਂਦਾ ਹੈ, ਪਰ ਇੰਟੈਂਗਲਮੈਂਟ ਗੈਰ ਸਥਾਨਿਕਤਾ, ਗੈਰ ਲੋਕੈਲਿਟੀ ਨਹੀਂ ਹੁੰਦੀ। ਪਿਛਲੇ ਕੋਰਸ ਕੁਆਂਟਮ ਮਕੈਨਿਕਸ ਦੇ ਵਿੱਚ ਅਸੀਂ ਇਸ ਨੂੰ ਬਹੁਤ ਵੇਰਵੇ ਸਹਿਤ ਸਮਝਾਇਆ ਸੀ। ਇੰਟੈਂਗਲਮੈਂਟ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਤਤਕਾਲ ਹੀ ਸਿਗਨਲ ਭੇਜ ਸਕਦੇ ਹੋ। ਲੋਕੈਲਿਟੀ ਬੁਨਿਆਦੀ ਹੁੰਦੀ ਹੈ। ਇੱਕ ਥਿਊਰੀ ਲਾਜ਼ਮੀ ਤੌਰ 'ਤੇ ਲਾਰੈਂਸ ਇਨਵੇਰੀਐਂਟ ਹੋਣੀ ਚਾਹੀਦੀ ਹੈ। ਇਹ ਤੀਜਾ ਸਿਧਾਂਤ ਹੈ, ਲਾਰੈਂਸ ਇਨਵੇਰੀਐਂਸ। ਇੱਕ ਥਿਊਰੀ ਲਾਜ਼ਮੀ ਤੌਰ 'ਤੇ ਲਾਰੈਂਸ ਇਨਵੇਰੀਐਂਟ ਹੋਣੀ ਚਾਹੀਦੀ ਹੈ। ਦੂਜੇ ਸ਼ਬਦਾਂ ਵਿੱਚ ਗਤੀ ਦੀਆਂ ਇਕੁਏਸ਼ਨਾਂ ਹਰੇਕ ਰੈਫਰੈਂਸ ਫਰੇਮ ਦੇ ਵਿੱਚ ਉਹੀ ਰਹਿਣੀਆਂ ਚਾਹੀਦੀਆਂ। ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿਵੇਂ ਹੁੰਦਾ ਹੈ। ਜੇਕਰ ਅਸੀਂ ਯਕੀਨੀ ਬਣਾ ਲਈਏ ਕਿ ਲੈਗਰਾਂਜੀਅਨ ਇੱਕ ਸਕੇਲਰ ਹੈ, ਤਾਂ ਅਸੀਂ ਗਰੰਟੀ ਦਿੰਦੇ ਹਾਂ ਕਿ ਥਿਊਰੀ ਲਾਰੈਂਸ ਇਨਵੇਰੀਐਂਟ ਹੁੰਦੀ ਹੈ। ਚਿੰਨ੍ਹਾਂ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਕਿ ਜਿਹੜਾ ਲੈਗਰਾਂਜੀਅਨ ਹੈ ਇਹ ਸਕੇਲਰ ਹੁੰਦਾ। ਫਿਰ ਤਾਂ ਲਾਰੈਂਸ ਇਨਵੇਰੀਐਂਸ ਦੇ ਵਿੱਚ ਸਪੇਸ ਦੀਆਂ ਰੋਟੇਸ਼ਨਾਂ ਦੀ ਇਨਵੇਰੀਐਂਸ ਦਾ ਵਿਚਾਰ ਸ਼ਾਮਲ ਹੈ। ਜਨਰਲ ਰਿਲੇਟੀਵਿਟੀ ਦੇ ਵਿੱਚ ਇਸ ਕੋਰਸ ਵਿੱਚ ਜੋ ਸ਼ਾਮਲ ਨਹੀਂ ਹੈ, ਇਸ ਨੂੰ ਮਨ ਚਾਹੇ ਕੋਆਰਡੀਨੇਟ ਪਰਿਵਰਤਨ ਦੇ ਅਧੀਨ ਇਨਵੇਰੀਐਂਸ ਦੀ ਲੋੜ ਹੁੰਦੀ ਹੈ। ਲਾਰੈਂਸ ਪਰਿਵਰਤਨ ਇੱਕ ਵਿਸ਼ੇਸ਼ ਕੇਸ ਹਨ। ਫਿਰ ਵੀ ਇਨਵੇਰੀਐਂਸ ਸਿਧਾਂਤ ਇਸ ਦੇ ਸਮਾਨ ਹੈ ਕਿ ਇੱਕ ਸਕੇਲਰ ਹੋਣ ਦੀ ਲੋੜ ਦੀ ਬਜਾਏ ਜਨਰਲ ਰਿਲੇਟੀਵਿਟੀ ਲਈ ਇਸ ਨੂੰ ਇੱਕ ਸਕੇਲਰ ਡੈਂਸਿਟੀ ਦੀ ਲੋੜ ਹੁੰਦੀ ਹੈ। ਅਖੀਰਲਾ ਨਿਯਮ ਕੁਝ ਨਾ ਕੁਝ ਰਹੱਸਮਈ ਹੈ। ਗੇਜ ਇਨਵੇਰੀਐਂਸ ਉੱਤੇ ਆ ਗਏ ਅਸੀਂ, ਅਤੇ ਪੂਰੀ ਤਰ੍ਹਾਂ ਸਮਝਣ ਦੇ ਲਈ ਕੁਝ ਟਾਈਮ ਲੈਂਦਾ ਹੈ। ਸੰਖੇਪ ਤੌਰ 'ਤੇ ਗੇਜ ਇਨਵੇਰੀਐਂਸ ਦਾ ਵਾਸਤਾ ਉਹਨਾਂ ਤਬਦੀਲੀਆਂ ਦੇ ਨਾਲ ਹੁੰਦਾ ਜੋ ਤੁਸੀਂ ਭੌਤਿਕ ਵਿਗਿਆਨ 'ਤੇ ਅਸਰ ਪਾਏ ਬਗੈਰ ਵੈਕਟਰ ਪੋਟੈਂਸ਼ੀਅਲ ਪ੍ਰਤੀ ਕਰ ਸਕਦੇ ਹੋ। ਅਸੀਂ ਇਸ ਲੈਕਚਰ ਦੇ ਬਾਕੀ ਹਿੱਸੇ ਨੂੰ ਇਸ ਦੀ ਪੇਸ਼ਕਸ਼ 'ਤੇ ਹੀ ਖਰਚ ਕਰਾਂਗੇ। ਇੱਕ ਇਨਵੇਰੀਐਂਸ, ਜਿਸ ਨੂੰ ਇੱਕ ਸਮਿਟਰੀ ਵੀ ਕਿਹਾ ਜਾਂਦਾ, ਇੱਕ ਸਿਸਟਮ ਦੇ ਵਿੱਚ ਇੱਕ ਤਬਦੀਲੀ ਹੁੰਦੀ ਹੈ ਜੋ ਗਤੀ ਦੀਆਂ ਇਕੁਏਸ਼ਨਾਂ ਜਾਂ ਐਕਸ਼ਨ ਨੂੰ ਪ੍ਰਭਾਵਿਤ ਨਹੀਂ ਕਰਦੀ। ਆਓ ਕੁਝ ਜਾਣੀਆਂ ਪਛਾਣੀਆਂ ਉਦਾਹਰਨਾਂ ਦੇਖੀਏ। ਇਕੁਏਸ਼ਨ F = ma ਜੋ ਨਿਊਟਨ ਵਾਲੀ ਇਕੁਏਸ਼ਨ ਹੈ, ਇਹ ਸ਼ਾਇਦ ਬੈਸਟ ਗਿਆਤ ਗਤੀ ਦੀ ਇਕੁਏਸ਼ਨ ਹੈ। ਇਹ ਇਨ ਬਿਨ ਉਹੀ ਰੂਪ ਰੱਖਦੀ ਹੈ ਜੇਕਰ ਤੁਸੀਂ ਕੋਆਰਡੀਨੇਟਾਂ ਦਾ ਕੋਆਰਡੀਨੇਟਾਂ ਦਾ ਜਿਹੜਾ ਓਰੀਜਨ ਹੈ ਇਹ ਇੱਕ ਬਿੰਦੂ ਤੋਂ ਕਿਸੇ ਹੋਰ ਬਿੰਦੂ ਤੱਕ ਖਿਸਕਾ ਦੇਵੋ। ਕੋਆਰਡੀਨੇਟ ਰੋਟੇਸ਼ਨਾਂ ਦੇ ਲਈ ਵੀ ਇਹੀ ਸੱਚ ਹੈ। ਇਹ ਨਿਯਮ ਟਰਾਂਸਲੇਸ਼ਨਾਂ ਅਤੇ ਰੋਟੇਸ਼ਨਾਂ ਅਤੇ ਇਨਵੇਰੀਐਂਟ ਰਹਿੰਦਾ ਹੈ। ਇੱਕ ਹੋਰ ਉਦਾਹਰਨ ਵਜੋਂ ਲੈਕਚਰ 4 ਤੋਂ ਸਾਡੀ ਬੁਨਿਆਦੀ ਫੀਲਡ ਥਿਊਰੀ ਲਓ। ਇਸ ਥਿਊਰੀ ਇਕੁਏਸ਼ਨ 4.7 ਇਕੁਏਸ਼ਨ ਅਸੀਂ ਅੱਗੇ ਲਿਖੀ, ਇਹਦੇ ਲਈ ਲੈਗਰਾਂਜੀਅਨ ਇਹ ਸੀ, ਇਹ ਜੋ ਅੱਗੇ ਲਿਖਿਆ, ਲੈਗਰਾਂਜੀਅਨ ਹਾਫ d(φ/dt)² del(φ/del t)² ਮਾਈਨਸ del(φ/del x)² ਮਾਈਨਸ del(φ/del y)² ਮਾਈਨਸ del(φ/del z)² ਮਾਈਨਸ v(φ). ਇਹ ਪੋਟੈਂਸ਼ੀਅਲ ਐਨਰਜੀ ਹੈ। ਇਹ ਟਾਈਮ ਡੈਰੀਵੇਟਿਵ ਜਿਹੜਾ ਫਾਈ ਦਾ ਫੀਲਡ ਦਾ, ਇਸ ਦਾ ਸਕੇਅਰ ਆ ਸਾਰੇ ਦਾ ਹੀ। ਇੱਦਾਂ ਹੀ ਇਹ ਬਾਕੀ ਸਪੇਸ ਕੋਆਰਡੀਨੇਟਾਂ ਦਾ ਸਾਰਿਆਂ ਦਾ ਸਕੇਅਰ ਹੈ। ਜੋ ਅਸੀਂ ਇਸ ਤਰ੍ਹਾਂ ਵੀ ਲਿਖਿਆ, ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਇਹ ਮਾਈਨਸ ਹਾਫ ਡੈਲ ਮਿਊ ਫਾਈ ਡੈਲ ਸੁਪਰਸਕ੍ਰਿਪਟ ਮਿਊ ਫਾਈ। ਇਸ ਤਰ੍ਹਾਂ ਨਾਲ ਵੀ ਇਸ ਨੂੰ ਕੰਪੈਕਟ ਰੂਪ ਦੇ ਵਿੱਚ ਲਿਖਿਆ ਜਾ ਸਕਦਾ, ਜਿਵੇਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਪਿਛਲੇ ਲੈਕਚਰਾਂ ਵਿੱਚ। ਫਿਲਹਾਲ ਅਸੀਂ ਇੱਕ ਸਰਲ ਕੀਤਾ ਸੰਸਕਰਨ ਲਵਾਂਗੇ ਜਿਸ ਦੇ ਵਿੱਚ v(φ) ਹੈ ਜੋ 0 ਸੈੱਟ ਕੀਤਾ ਹੋਵੇ। ਇਸ ਇਕੁਏਸ਼ਨ ਨੂੰ ਲਵਾਂਗੇ ਇੰਨੇ ਕੁ ਹਿੱਸੇ ਨੂੰ, ਅਤੇ ਸਾਰੇ ਸਪੇਸ ਕੋਆਰਡੀਨੇਟ ਨੇ ਜਿਹੜੇ ਇੱਕੋ ਵੇਰੀਏਬਲ x ਦੇ ਵਿੱਚ ਤੈਅ ਲਗਾ ਕੇ ਅਸੀਂ ਇਹਨਾਂ ਨੂੰ ਦਰਸਾ ਸਕਦੇ ਹਾਂ ਕਿ ਜਿਹੜਾ ਇਹ x ਹੈ ਤਿੰਨਾਂ ਨੂੰ ਦਰਸਾਉਂਦਾ, ਤਿੰਨੇ x y z ਨੂੰ। ਅਤੇ ਇਸ ਦਾ ਜਿਹੜਾ ਲੈਗਰਾਂਜੀਅਨ ਹੈ ਇਹ ਹਾਫ d(φ/dt)² ਮਾਈਨਸ del(φ/del x)² ਇੰਨਾ ਕਿ ਹੋਏਗਾ। ਇਹ ਇਸਦੇ ਵਿੱਚ v(φ) ਨਹੀਂ ਹੈ। ਤਾਂ ਗਤੀ ਦੀ ਇਕੁਏਸ਼ਨ 4.10 ਜੋ ਅਸੀਂ ਲੈਗਰਾਂਜੀਅਨ ਤੋਂ ਵਿਉਂਤਬੰਦ ਕੀਤੀ ਸੀਗੀ ਪਹਿਲਾਂ,
ਇੱਥੇ ਜਿਹੜਾ ਸਰਲ ਕੀਤੀ ਹੋਈ ਹੈ ਉਹ ਇਹ ਸੀ ਡੈਲ ਸਕੇਅਰ 5/del t² ਮਾਈਨਸ ਡੈਲ ਸਕੇਅਰ 5/del x² ਇਜ਼ ਇਕੁਅਲ ਟੂ 0, ਯਾਨੀ ਕਿ 5 ਦਾ 5 ਦਾ ਸੈਕੰਡ ਟਾਈਮ ਡੈਰੀਵੇਟਿਵ ਮਾਈਨਸ 5 ਦਾ ਸੈਕੰਡ x ਡੈਰੀਵੇਟਿਵ ਹੈ, ਜੋ ਪੋਜੀਸ਼ਨ ਡੈਰੀਵੇਟਿਵ ਹੈ, ਇਹ ਦੋਨਾਂ ਦਾ ਡਿਫਰੈਂਸ 0 ਹੈ, ਜਾਂ ਫਿਰ ਦੋਨਾਂ ਨੂੰ ਬਰਾਬਰ ਕਿਹਾ ਜਾ ਸਕਦਾ ਇਹਨਾਂ ਨੂੰ। ਮੈਂ ਪਹਿਲੀ ਰਕਮ ਅੰਦਰਲਾ ਫੈਕਟਰ 1/c² ਇੱਥੇ ਇਗਨੋਰ ਕਰਤਾ, ਕਿਉਂਕਿ ਇਹ ਇਸ ਉਦਾਹਰਨ ਦੇ ਲਈ ਮਹੱਤਵਪੂਰਨ ਨਹੀਂ ਹੈਗਾ। ਇਹ ਇਕੁਏਸ਼ਨ ਲੌਰੈਂਟਸ ਇਨਵੇਰੀਐਂਟ ਸਮੇਤ ਕਈ ਇਨਵੇਰੀਐਂਸਾਂ ਰੱਖਦੀ ਹੈ। ਇਹ ਵਾਲੀ ਇਕੁਏਸ਼ਨ 7.1 ਇੱਕ ਨਵੀਂ ਇਨਵੇਰੀਐਂਸ ਖੋਜਣ ਦੇ ਲਈ ਅਸੀਂ ਇਕੁਏਸ਼ਨ ਬਾਬਤ ਉਹੀ ਚੀਜ਼ਾਂ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਇਸ ਦੀ ਸਮੱਗਰੀ ਜਾਂ ਅਰਥ ਬਦਲੇ ਬਗੈਰ ਬਦਲ ਸਕਦੇ ਹੋਈਏ। ਮੰਨ ਲਓ ਅਸੀਂ ਇਸ ਪਿੱਛੇ ਛੁਪੀ ਫੀਲਡ ਪ੍ਰਤੀ ਇੱਕ ਕਾਂਸਟੈਂਟ ਜੋੜ ਦਿੰਦੇ ਹਾਂ, ਫਾਈ ਨੂੰ 5+c ਬਣਾ ਦਿੰਦੇ ਹਾਂ। ਹੁਣ ਮੰਨ ਲਓ ਇਹਦੇ ਵਿੱਚ ਇੱਕ ਕਾਂਸਟੈਂਟ c ਅਸੀਂ ਜੋੜ ਦਿੰਦੇ ਹਾਂ, ਤਾਂ ਫਾਈ ਜਿਹੜਾ ਇਹ 5+c ਬਣ ਜਾਂਦਾ। ਹੁਣ ਦੂਜੇ ਸ਼ਬਦਾਂ ਵਿੱਚ ਮੰਨ ਲਓ ਅਸੀਂ ਇੱਕ ਫੀਲਡ ਫਾਈ ਲੈਂਦੇ ਹਾਂ ਜੋ ਗਤੀ ਦੀ ਇਕੁਏਸ਼ਨ ਪ੍ਰਤੀ ਪਹਿਲਾਂ ਹੀ ਇੱਕ ਹੱਲ ਹੁੰਦੀ ਹੈ, ਸੋਲਿਊਸ਼ਨ ਹੁੰਦਾ ਉਸ ਗਤੀ ਦੀ ਇਕੁਏਸ਼ਨ ਦਾ, ਅਤੇ ਇਸ ਦੇ ਵਿੱਚ ਅਸੀਂ ਇੱਕ ਕਾਂਸਟੈਂਟ ਜੋੜ ਦਿੰਦੇ ਹਾਂ। ਕੀ ਨਤੀਜਾ ਹਜੇ ਵੀ ਗਤੀ ਦੀ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ? ਬਿਲਕੁਲ ਇਹ ਕਰੇਗਾ, ਕਿਉਂਕਿ ਇੱਕ ਕਾਂਸਟੈਂਟ ਦੇ ਡੈਰੀਵੇਟਿਵ 0 ਹੀ ਹੁੰਦਾ। ਤਾਂ ਇਹਦੇ ਨਾਲ ਇਕੁਏਸ਼ਨ ਨੂੰ, ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹਾਂ ਕਿ ਫਾਈ ਦੇ ਵਿੱਚ ਅਗਰ ਅਸੀਂ ਇੱਕ c ਜੋੜ ਦਿੰਦੇ ਹਾਂ ਤਾਂ ਇਹ ਕੋਈ ਫਰਕ ਨਹੀਂ ਪਏਗਾ ਇਸ ਨੂੰ। ਜੇਕਰ ਅਸੀਂ ਜਾਣਦੇ ਹੋਈਏ ਕਿ ਫਾਈ ਹੈ ਜੋ ਇਹ ਗਤੀ ਦੀ ਇਕੁਏਸ਼ਨ ਨੂੰ ਸੰਤੁਸ਼ਟ ਕਰਦੀ ਹੈ, ਤਾਂ 5+c ਵੀ ਇਸ ਨੂੰ ਸੰਤੁਸ਼ਟ ਕਰੇਗਾ। ਜਿਵੇਂ ਡੈਲ ਸਕੇਅਰ 5+c ਡਿਵਾਈਡ ਬਾਏ ਡੈਲ t² ਮਾਈਨਸ ਡੈਲ ਸਕੇਅਰ 5+c ਬਾਏ ਡੈਲ x² ਇਜ਼ ਇਕੁਅਲ ਟੂ 0, ਇਹ ਵੀ ਸੇਮ ਕੰਮ ਕਰੇਗਾ ਕਿਉਂਕਿ c ਦਾ ਡੈਰੀਵੇਟਿਵ 0 ਹੀ ਹੁੰਦਾ। ਤੁਸੀਂ ਇਸ ਨੂੰ ਲੈਗਰਾਂਜੀਅਨ ਦੇ ਵਿੱਚ ਵੀ ਦੇਖ ਸਕਦੇ ਹੋ। ਲੈਗਰਾਂਜੀਅਨ ਦੇ ਵਿੱਚ ਜਿਵੇਂ ਇੱਥੇ ਮਾਈਨਸ ਡੈਲ ਮਿਊ ਫਾਈ ਡੈਲ ਸੁਪਰਸਕ੍ਰਿਪਟ ਮਿਊ ਫਾਈ, ਇਸ ਦੇ ਵਿੱਚ ਵੀ ਤੁਸੀਂ 5+c ਲਗਾ ਕੇ ਇਸ ਨੂੰ ਦੇਖ ਸਕਦੇ ਹਾਂ ਕਿ ਇਸ ਦੇ ਵਿੱਚ ਵੀ ਇਹ ਕੰਮ ਕਰੇਗਾ। ਜਿੱਥੇ ਮੈਂ ਇੱਕ ਵਾਰੀ ਫੇਰ ਸਰਲਤਾ ਲਈ ਫੈਕਟਰ ਹਾਫ ਹੈ ਜਿਹੜਾ ਇਹ ਨਜ਼ਰਅੰਦਾਜ਼ ਕੀਤਾ ਹੈ। ਇਸ ਲੈਗਰਾਂਜੀਅਨ ਅਤੇ ਨਤੀਜੇ ਵਜੋਂ ਐਕਸ਼ਨ ਦੇ ਨਾਲ ਕੀ ਹੁੰਦਾ ਜੇਕਰ ਅਸੀਂ ਫਾਈ ਪ੍ਰਤੀ ਇੱਕ ਕਾਂਸਟੈਂਟ ਜੋੜ ਦਈਏ? ਕੁਝ ਵੀ ਨਹੀਂ ਹੁੰਦਾ, ਇੱਕ ਕਾਂਸਟੈਂਟ ਦਾ ਡੈਰੀਵੇਟਿਵ 0 ਹੀ ਹੁੰਦਾ। ਜੇਕਰ ਸਾਡੇ ਕੋਲ ਇੱਕ ਵਿਸ਼ੇਸ਼ ਐਕਸ਼ਨ ਹੋਵੇ ਅਤੇ ਐਕਸ਼ਨ ਨੂੰ ਨਿਊਨਤਮ ਕਰਨ ਵਾਲੀ ਇੱਕ ਫੀਲਡ ਬਣਤਰ ਹੋਵੇ, ਤਾਂ ਫੀਲਡ ਦੇ ਵਿੱਚ ਇੱਕ ਕਾਂਸਟੈਂਟ ਜੋੜਨ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਅਜੇ ਵੀ ਐਕਸ਼ਨ ਨੂੰ ਲੀਸਟ ਕਰੇਗੀ, ਨਿਊਨਤਮ ਕਰੇਗੀ ਜਾਂ ਸਟੇਸ਼ਨਰੀ ਕਰੇਗੀ। ਦੂਜੇ ਸ਼ਬਦਾਂ ਵਿੱਚ ਅਜਿਹੀ ਕਿਸੇ ਫੀਲਡ ਪ੍ਰਤੀ ਇੱਕ ਕਾਂਸਟੈਂਟ ਜੋੜਨ ਦੇ ਨਾਲ ਇੱਕ ਸਮਿਟਰੀ ਜਾਂ ਇੱਕ ਇਨਵੇਰੀਐਂਸ ਹੈ ਜਿਹੜੀ ਇਹ ਕਾਇਮ ਰਹਿੰਦੀ ਹੈ। ਇਹ ਉਸ ਨਾਲੋਂ ਕੁਝ ਨਾ ਕੁਝ ਵੱਖਰੀ ਕਿਸਮ ਦੀ ਇਨਵੇਰੀਐਂਸ ਹੁੰਦੀ ਹੈ ਜੋ ਅਸੀਂ ਪਹਿਲਾਂ ਦੇਖੀ ਹੈ, ਪਰ ਫਿਰ ਵੀ ਇਹ ਉਹੀ ਇੱਕ ਇਨਵੇਰੀਐਂਸ ਹੀ ਹੁੰਦੀ ਹੈ। ਹੁਣ ਆਓ ਇਸ ਥਿਊਰੀ ਦੇ ਜ਼ਰਾ ਹੋਰ ਗੁੰਝਲਦਾਰ ਸੰਸਕਰਨ ਨੂੰ ਯਾਦ ਕਰੀਏ ਜਿੱਥੇ ਰਕਮ v(φ) 0 ਨਹੀਂ ਹੁੰਦੀ। ਪਿੱਛੇ ਲੈਕਚਰ 4 ਦੇ ਵਿੱਚ ਅਸੀਂ ਇਹ ਮਾਮਲਾ ਲਿਆ ਸੀ v(φ) ਇਜ਼ ਇਕੁਅਲ ਟੂ μ² ਡਿਵਾਈਡ ਬਾਈ 2 π²। ਇਹ ਇੰਨਾ ਅਸੀਂ ਲੈ ਕੇ ਇਸ ਨੂੰ ਗਤੀ ਦੀ ਇਕੁਏਸ਼ਨ ਦੀ ਇੱਕ ਗੱਲ ਕੀਤੀ ਸੀ, ਜਿਸ ਦਾ φ ਦੇ ਸੰਦਰਭ ਦੇ ਵਿੱਚ ਡੈਰੀਵੇਟਿਵ ਇਹ ਹੁੰਦਾ। ਇਸ ਨੂੰ ਅਗਰ φ ਦੇ ਸੰਦਰਭ ਵਿੱਚ ਡੈਰੀਵੇਟਿਵ ਕਰੀਏ ਤਾਂ ਇਹ μ² φ ਬਣਦਾ, ਕਿਉਂਕਿ μ² ਦਾ ਜਿਹੜਾ ਡੈਰੀਵੇਟਿਵ ਹੈ ਇਹ 2 ਜਿਹੜਾ φ² ਦਾ ਜਿਹੜਾ ਡੈਰੀਵੇਟਿਵ ਹੈ ਇਹ 2φ ਬਣਦਾ, ਅਤੇ 2φ ਇਸ 2 ਦੇ ਨਾਲ ਕੈਂਸਲ ਹੋ ਕੇ ਇਕੱਲਾ μ² φ ਬਚ ਜਾਂਦਾ। ਤਾਂ ਡੈਲ v(φ) ਬਾਏ ਡੈਲ φ ਇਜ਼ ਇਕੁਅਲ ਟੂ μ² φ। ਇਹਨਾਂ ਤਬਦੀਲੀਆਂ ਦੇ ਨਾਲ ਲੈਗਰਾਂਜੀਅਨ ਇਹ ਬਣ ਜਾਂਦਾ। ਇੱਥੇ ਇਹਦੇ ਵਿੱਚ ਜਿਹੜਾ ਲੈਗਰਾਂਜੀਅਨ ਹੈ, ਜਿਵੇਂ ਇੱਥੇ ਇਸ ਦੇ ਵਿੱਚ ਅਸੀਂ ਇਹ ਰਕਮ ਜੋੜੀ ਸੀਗੀ v(φ) ਵਾਲੀ, ਇਸ ਦੇ ਵਿੱਚ ਇਹ ਤਾਂ ਲੈਗਰਾਂਜੀਅਨ ਸੀਗਾ ਸਾਡਾ 7.2 ਨੰਬਰ, ਅਤੇ ਅਗਲੀ ਸਲਾਈਡ ਦੇ ਉੱਤੇ ਅਸੀਂ ਇਸ ਦਾ ਜਿਹੜਾ ਐਕਸ਼ਨ ਲਿਖਾਂਗੇ। ਅਤੇ ਗਤੀ ਦੀ ਇਕੁਏਸ਼ਨ ਇਹ ਬਣ ਜਾਂਦੀ ਹੈ। ਗਤੀ ਦੀ ਇਕੁਏਸ਼ਨ ਵਿੱਚ ਇਹਦੇ 'ਚ ਡੈਲ ਸੈਕੰਡ ਟਾਈਮ ਡੈਰੀਵੇਟਿਵ ਹੈ φ ਦਾ, ਮਾਈਨਸ φ ਦਾ ਸੈਕੰਡ ਪੋਜੀਸ਼ਨ ਡੈਰੀਵੇਟਿਵ ਹੈ, ਪਲੱਸ ਇਹਦੇ ਵਿੱਚ ਜਿਹੜਾ ਇਸਦਾ ਡੈਰੀਵੇਟਿਵ ਹੈ ਇਹ μ² φ ਇਜ਼ ਇਕੁਅਲ ਟੂ 0। ਇਹ ਇਕੁਏਸ਼ਨ ਬਣ ਜਾਂਦੀ ਹੈ ਗਤੀ ਦੀ 7.3 ਵਿੱਚ, ਅਸੀਂ ਪਹਿਲਾਂ ਪੜ੍ਹ ਵੀ ਚੁੱਕੇ ਹਾਂ।
ਇਕੁਏਸ਼ਨ 7.3 ਦੇ ਨਾਲ ਕੀ ਵਾਪਰਦਾ ਜੇਕਰ ਅਸੀਂ ਫਾਈ ਦੇ ਵਿੱਚ ਹੁਣ ਅਸੀਂ ਇੱਕ ਕਾਂਸਟੈਂਟ ਜੋੜ ਦਈਏ ਫਾਈ ਪਲੱਸ ਸੀ ਕਰ ਦਈਏ ਇਸ ਨੂੰ, ਤਾਂ ਜੇਕਰ ਫਾਈ ਇੱਕ ਹੱਲ ਰੱਖਦੀ ਹੋਵੇ ਤਾਂ ਕੀ ਫਾਈ ਪਲੱਸ ਸੀ ਅਜੇ ਵੀ ਇੱਕ ਹੱਲ ਰਹਿੰਦਾ? ਇਹ ਹੱਲ ਨਹੀਂ ਰਹਿੰਦਾ ਕਿਉਂਕਿ ਪਹਿਲੀਆਂ ਰਕਮਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਇਹਨਾਂ ਦੇ ਵਿੱਚ, ਪਰ ਜਿਹੜੀ ਆਹ ਵਾਲੀ ਰਕਮ ਹੈ ਮਿਊ ਸਕੇਅਰ ਫਾਈ ਦੇ ਪ੍ਰਤੀ ਇੱਕ ਕਾਂਸਟੈਂਟ ਜੋੜਨਾ ਸਪਸ਼ਟ ਤੌਰ 'ਤੇ ਜਿਹੜੀ ਤੀਜੀ ਰਕਮ ਹੈ ਇਸ ਨੂੰ ਚੇਂਜ ਕਰ ਦਿੰਦਾ ਹੈ। ਤਾਂ ਲਗਰਾਂਜੀਅਨ ਇਕੁਏਸ਼ਨ 7.2 ਦੇ ਬਾਰੇ ਕੀ ਖਿਆਲ ਹੈ ਇਸ ਦੇ ਬਾਰੇ? ਫਾਈ ਪ੍ਰਤੀ ਇੱਕ ਕਾਂਸਟੈਂਟ ਜੋੜਨਾ ਸਕੇਅਰ ਬ੍ਰੈਕਟਾਂ ਦੇ ਅੰਦਰ ਹੀ ਰਕਮਾਂ 'ਤੇ ਕੋਈ ਫਰਕ ਨਹੀਂ ਪਾਉਂਦਾ, ਪਰ ਇਹ ਸਿਰੇ ਵਾਲੀ ਜਿਹੜੀ ਆਹ ਵਾਲੀ ਰਕਮ ਹੈ ਇਸ ਦੇ ਉੱਤੇ ਫਰਕ ਪੈਂਦਾ। ਫਾਈ ਸਕੇਅਰ ਰਕਮ ਫਾਈ ਪਲੱਸ ਸੀ ਸਕੇਅਰ ਵਰਗੀ ਨਹੀਂ ਹੁੰਦੀ। ਲਗਰਾਂਜੀਅਨ 'ਚ ਵਾਧੂ ਰਕਮ ਮਿਊ ਸਕੇਅਰ ਬਾਈ 2 ਫਾਈ ਸਕੇਅਰ ਦੇ ਨਾਲ ਫਾਈ ਇੱਕ ਪ੍ਰਤੀ ਇੱਕ ਕਾਂਸਟੈਂਟ ਜੋੜਨ ਦੇ ਨਾਲ ਇਨਵੇਰੀਅੰਸ ਨਹੀਂ ਬਚਦੀ। ਅੱਗੇ ਇੱਕ ਨਵੀਂ ਕਿਸਮ ਦੀ ਇਨਵੇਰੀਅੰਸ ਦੀ ਗੱਲ ਹੋ ਰਹੀ ਹੈ ਹੁਣ। ਆਓ ਐਕਸ਼ਨ ਇੰਟੀਗਰਲ ਦੇ ਵੱਲ ਮੁੜੀਏ ਹੁਣ। ਐਕਸ਼ਨ ਇੰਟੀਗਰਲ ਇਹ ਸੀਗਾ ਈ ਇੰਟੀਗਰਲ ਫਰੋਮ ਏ ਟੂ ਬੀ। ਈ ਇੱਥੇ ਚਾਰਜ ਹੁੰਦਾ ਜਾਂ ਇੱਕ ਕਾਂਸਟੈਂਟ ਹੈ। ਅੱਗੇ ਏ ਮਿਊ ਡੀ ਐਕਸ ਮਿਊ, ਇਹ ਅਸੀਂ ਪਹਿਲਾਂ ਪੜ੍ਹਿਆ ਐਕਸ਼ਨ ਇੰਟੀਗਰਲ ਪਿਛਲੇ ਉਹਦੇ ਵਿੱਚ। ਤਾਂ ਜੋ ਅਸੀਂ ਲੈਕਚਰ 6 ਦੇ ਵਿੱਚ ਪੇਸ਼ ਕੀਤਾ ਸੀ, ਮੰਨ ਲਓ ਅਸੀਂ ਏ ਮਿਊ ਨੂੰ ਇੱਕ ਸਕੇਲਰ ਐਸ ਦਾ 4 ਡਾਇਮੈਂਸ਼ਨਲ ਗ੍ਰੇਡੀਐਂਟ ਜੋੜ ਕੇ ਸੁਧਾਰ ਦਿੰਦੇ ਹਾਂ। ਮੰਨ ਲਓ ਏ ਮਿਊ ਦੇ ਵਿੱਚ ਅਸੀਂ ਇਸ ਤਰ੍ਹਾਂ ਨਾਲ ਏ ਮਿਊ ਦੇ ਵਿੱਚ ਪਲੱਸ ਕਰਕੇ ਡੈਲ ਐਸ ਬਾਏ ਡੈਲ ਐਕਸ ਮਿਊ ਜੋੜ ਦਿੰਦੇ ਹਾਂ। ਮੰਨ ਲਓ ਇਸ ਵਿੱਚ ਐਸ ਇੱਕ ਸਕੇਲਰ ਹੈ, ਤਾਂ ਇਹ ਜੋੜ ਕੋਈ ਅਰਥ ਰੱਖਦਾ ਕਿਉਂਕਿ ਦੋਵੇਂ ਰਕਮਾਂ ਇੰਡੈਕਸ ਮਿਊ ਦੇ ਅੰਦਰ ਕੋਵੇਰੀਐਂਟ ਹੈ, ਕਿਉਂਕਿ ਇਹ ਵੀ ਥੱਲੇ ਵਾਲੇ ਇੰਡੈਕਸ ਵਾਲੀ ਹੈ, ਇਹ ਵੀ ਥੱਲੇ ਇੰਡੈਕਸ ਵਾਲੀ ਹੈ, ਅਤੇ ਇਹ ਜੋ ਇਸ ਨੂੰ ਐਕਸ ਮਿਊ ਉੱਪਰ ਵਾਲੇ ਇੰਡੈਕਸ ਵਾਲੀ ਦੇ ਨਾਲ ਡੈਰੀਵੇਟਿਵ ਕਰਦੀ, ਇਹ ਵੀ ਇਸ ਨੂੰ ਐਸ ਨੂੰ ਥੱਲੇ ਵਾਲਾ ਹੀ ਇੰਡੈਕਸ ਦੇਗੀ। ਪਰ ਕੀ ਇਹ ਬਦਲੀ ਗਤੀ ਦੀ ਇਕੁਏਸ਼ਨ ਬਦਲ ਦਿੰਦੀ ਹੈ? ਕੀ ਇਹ ਉਸ ਰਸਤੇ ਨੂੰ ਬਦਲ ਦਿੰਦੀ ਹੈ ਜੋ ਕਣ ਅਪਣਾਏਗਾ? ਕੀ ਇਹ ਕਣ ਦੇ ਡਾਇਨਾਮਿਕਸ ਦੇ ਵਿੱਚ ਕੋਈ ਤਬਦੀਲੀ ਕਰਦਾ? ਬਦਲੀ ਐਕਸ਼ਨ ਦੇ ਵਿੱਚ ਸਿੱਧੇ ਤੌਰ 'ਤੇ ਇਹ ਤਬਦੀਲੀ ਕਰਦੀ ਹੈ। ਐਕਸ਼ਨ ਜਿਹੜਾ ਪਹਿਲਾ ਸੀਗਾ ਮੂਲ ਐਕਸ਼ਨ ਜਿਸ ਨੂੰ ਲਿਖ ਸਕਦੇ ਹਾਂ ਅਸੀਂ, ਇਹ ਆ ਉਹ ਈ ਇੰਟੀਗਰਲ ਫਰੋਮ ਏ ਟੂ ਬੀ ਏ ਮਿਊ ਡੀ ਐਕਸ ਮਿਊ 7.4 ਨੰਬਰ ਇਕੁਏਸ਼ਨ ਇੱਥੇ ਲਿਖੀ ਵੀ ਹੈ ਜਿਵੇਂ। ਤਾਂ ਇਹ ਬਣ ਜਾਏਗੀ ਫਿਰ ਐਕਸ਼ਨ ਜਿਹੜਾ ਸੋਧਿਆ ਹੋਇਆ ਇਸ ਦੇ ਵਿੱਚ। ਇੱਕ ਤਾਂ ਇਸ ਦੇ ਵਿੱਚ ਏ ਮਿਊ ਇਹ ਵਾਲਾ ਜੁੜ ਜਾਂਦਾ ਜਿਹੜਾ ਇਹ ਮੂਲ ਐਕਸ਼ਨ ਹੀ ਰਹਿੰਦਾ, ਲੇਕਿਨ ਦੂਜਾ ਇਸ ਦੇ ਵਿੱਚ ਇੱਕ ਪਾਰਟ ਹੋਰ ਜੁੜ ਜਾਂਦਾ ਡੈਲ ਐਸ ਬਾਈ ਡੈਲ ਐਕਸ ਮਿਊ ਵਾਲਾ। ਇਸ ਦੇ ਨਾਲ ਵੀ ਇਹ ਸੇਮ ਇਸੇ ਤਰ੍ਹਾਂ ਇਹ ਪਲੱਸ ਇਸ ਦੇ ਵਿੱਚ ਜੁੜ ਜਾਏਗਾ। ਇਹ ਦੋ ਐਕਸ਼ਨ ਦੇ ਦੋ ਪਾਰਟ ਹੋ ਜਾਣਗੇ। 7.5 ਨੰਬਰ ਇਕੁਏਸ਼ਨ। ਇਕੁਏਸ਼ਨ 7.5 ਦੇ ਵਿੱਚ ਸੱਜੇ ਸਿਰੇ ਦੇ ਉੱਤੇ ਜਿਹੜਾ ਇੱਕ ਨਵਾਂ ਇੰਟੀਗਰਲ ਆ ਇਹ ਕੀ ਰਿਪਰੈਜ਼ੈਂਟ ਕਰਦਾ? ਤਸਵੀਰ 7.1 ਦੇ ਵਿੱਚ ਕਣ ਦੀ ਟ੍ਰਜੈਕਟਰੀ ਛੋਟੇ ਖੰਡਾਂ ਵਿੱਚ ਆਮ ਤੌਰ 'ਤੇ ਤੋੜੀ ਜਾਂਦੀ ਹੈ। ਤਾਂ ਮੈਂ ਤਸਵੀਰ 7.1 ਤੇ ਲੈ ਚੱਲਦਾ। ਇਹ 7.1 ਨੰਬਰ ਤਸਵੀਰ ਹੈ। ਇਸ ਦੇ ਵਿੱਚ ਦੋ ਕੋਆਰਡੀਨੇਟ ਨੇ ਐਕਸ ਤੇ ਟੀ। ਏ ਬਿੰਦੂ ਤੋਂ ਲੈ ਕੇ ਬੀ ਬਿੰਦੂ ਤੱਕ ਕਣ ਦੀ ਗਤੀ ਹੁੰਦੀ ਹੈ, ਅਤੇ ਇੱਥੇ ਡੀ ਐਕਸ ਮਿਊ ਇੱਕ ਛੋਟਾ ਜਿਹਾ ਇਹਦੇ ਵਿੱਚ ਇੰਟਰਵਲ ਲਿਆ ਜਾਂਦਾ, ਸਪੇਸ ਟਾਈਮ ਇੰਟਰਵਲ। ਅਤੇ ਇਹ ਇਸ ਤੋਂ ਲੈ ਕੇ ਬੀ ਤੱਕ ਦਾ ਐਕਸ਼ਨ ਹੈ ਜੋ ਇਹ ਲਾਈਨ ਰਾਹੀਂ ਦਰਸਾਇਆ ਜਾਂਦਾ ਜਿਵੇਂ। ਹਾਂ, ਇਹਨਾਂ ਛੋਟੇ ਖੰਡਾਂ ਦੇ ਵਿੱਚੋਂ ਇੱਕ ਦੇ ਨਾਲ ਐਸ ਵਿੱਚ ਤਬਦੀਲੀ 'ਤੇ ਵਿਚਾਰ ਕਰੋ ਕਿ ਇੱਕ ਖੰਡ ਦੇ ਵਿੱਚ ਐਸ ਦੇ ਨਾਲ ਕੋਈ ਤਬਦੀਲੀ ਹੁੰਦੀ ਹੈ, ਕਿਉਂਕਿ ਇੱਥੇ ਇੱਕ ਤਬਦੀਲੀ ਅਸੀਂ ਕੀਤੀ ਹੈ। ਤਾਂ ਸਿੱਧਾ ਕੈਲਕੂਲਸ ਸਾਨੂੰ ਇਹ ਦੱਸਦਾ ਕਿ ਡੈਲ ਐਸ ਬਾਏ ਡੈਲ ਐਕਸ ਮਿਊ ਹੈ ਜੋ ਇਹ ਖੰਡ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਾਂਦੇ ਹੋਏ ਐਸ ਦੇ ਵਿੱਚ ਤਬਦੀਲੀ ਹੁੰਦੀ ਹੈ। ਜੇਕਰ ਅਸੀਂ ਸਾਰੇ ਖੰਡਾਂ ਲਈ ਇਹਨਾਂ ਤਬਦੀਲੀਆਂ ਨੂੰ ਜੋੜ ਦਿੰਦੇ ਹਾਂ ਜਾਂ ਇੰਟੀਗ੍ਰੇਟ ਕਰ ਦਿੰਦੇ ਹਾਂ ਤਾਂ ਸਾਨੂੰ ਟ੍ਰਜੈਕਟਰੀ ਦੇ ਸ਼ੁਰੂਆਤੀ ਬਿੰਦੂ ਤੋਂ ਲੈ ਕੇ ਅੰਤਮ ਬਿੰਦੂ ਤੱਕ ਜਾਣ ਦੀ ਐਸ ਦੇ ਵਿੱਚ ਤਬਦੀਲੀ ਹੈ ਜੋ ਇਹ ਮਿਲਦੀ ਹੈ। ਦੂਜੇ ਸ਼ਬਦਾਂ ਵਿੱਚ ਇਹ ਸਿਰੇ ਬਿੰਦੂ ਬੀ ਉੱਤੇ ਐਸ ਦੇ ਕੱਢੇ ਮੁੱਲ ਉੱਤੇ ਸ਼ੁਰੂਆਤੀ ਸਿਰੇ ਬਿੰਦੂ ਏ ਉੱਤੇ ਐਸ ਦੇ ਕੱਢੇ ਮੁੱਲ ਵਿੱਚੋਂ ਕੀਤਾ ਹੋਇਆ ਮਾਈਨਸ ਜਿਹੜਾ ਮੁੱਲ ਹੈ ਉਹ ਹੁੰਦਾ ਹੈ। ਇਸ ਨੂੰ ਅਸੀਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਚਿੰਨ੍ਹਾਂ ਦੇ ਵਿੱਚ ਕਿ ਇੰਟੀਗਰਲ ਫਰੋਮ ਏ ਟੂ ਬੀ ਡੈਲ ਐਸ ਬਾਏ ਡੈਲ ਐਕਸ ਮਿਊ ਡੈਲ ਐਕਸ ਮਿਊ
डी एक्स म्यू इज इक्वल टू एस बी माइनस एस ऑफ बी माइनस एस ऑफ ए। एस ਤੇ एस बी है जो ये बी बिंदु ਦੇ ਉੱਤੇ ਕੱਢਿਆ ਹੋਇਆ ਇਸ ਦਾ ਮੁੱਲ ਹੈ ਤੇ ਇਹ ਐਸ ਆਫ ਏ ਹੈ ਜੋ ਇਹ ਏ ਬਿੰਦੂ ਦੇ ਉੱਤੇ ਇਸ ਦਾ ਮੁੱਲ ਹੈ। ਦੋਨਾਂ ਦਾ ਡਿਫਰੈਂਸ ਹੁੰਦੀ ਹੈ ਇਹ। ਤਾਂ ਐਸ ਖੁਦ ਇੱਕ ਮਨਚਾਹਾ ਸਕੇਲਰ ਫੰਕਸ਼ਨ ਹੈ ਜੋ ਮੈਂ ਠੀਕ ਵਿੱਚ ਸੁੱਟਿਆ ਸੀ ਕਿ ਵੈਕਟਰ ਪੋਟੈਂਸ਼ੀਅਲ ਪ੍ਰਤੀ ਇਹ ਨਵੀਂ ਰਕਮ ਜੋੜਨਾ ਕਣ ਦੇ ਡਾਇਨਾਮਿਕਸ ਨੂੰ ਬਦਲਦਾ। ਇਸ਼ਾਰਾ ਇਹ ਹੈ ਕਿ ਨਹੀਂ ਬਦਲਦਾ। ਅਸੀਂ ਐਕਸ਼ਨ ਨੂੰ ਇੱਕ ਅਜਿਹੇ ਤਰੀਕੇ ਦੇ ਨਾਲ ਬਦਲਿਆ ਜੋ ਟ੍ਰਜੈਕਟਰੀ ਦੇ ਸਿਰਫ ਸਿਰਿਆਂ ਵਾਲੇ ਬਿੰਦੂਆਂ ਉੱਤੇ ਨਿਰਭਰ ਕਰਦੇ ਆ। ਪਰ ਐਕਸ਼ਨ ਪ੍ਰਿੰਸੀਪਲ ਸਾਨੂੰ ਸਿਰੇ ਵਾਲੇ ਬਿੰਦੂ ਫਿਕਸ ਰੱਖਣ ਦੀ ਪਾਬੰਦੀ ਪ੍ਰਤੀ ਟ੍ਰਜੈਕਟਰੀ ਨੂੰ ਹਿਲਾ ਕੇ ਨਿਊਨਤਮ ਐਕਸ਼ਨ ਦੇ ਖੋਜਣ ਦੇ ਲਈ ਕਹਿੰਦਾ ਹੈ। ਕਿਉਂਕਿ ਸਿਰਿਆਂ ਵਾਲੇ ਬਿੰਦੂ ਫਿਕਸ ਰਹਿੰਦੇ ਆ, ਐਸ ਆਫ ਬੀ ਮਾਈਨਸ ਐਸ ਆਫ ਪੀ ਹੈ ਜਿਹੜਾ ਇਹ ਰਕਮ ਟ੍ਰਜੈਕਟਰੀ ਹਰੇਕ ਟ੍ਰਜੈਕਟਰੀ ਲਈ ਉਹੀ ਰਹਿੰਦੀ ਹੈ ਜਿਸ ਵਿੱਚ ਸਟੇਸ਼ਨਰੀ ਐਕਸ਼ਨ ਵਾਲੀ ਟ੍ਰਜੈਕਟਰੀ ਸ਼ਾਮਲ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਸਟੇਸ਼ਨਰੀ ਐਕਸ਼ਨ ਵਾਲੀ ਇੱਕ ਟ੍ਰਜੈਕਟਰੀ ਖੋਜ ਲੈਂਦੇ ਹੋ ਤਾਂ ਵੈਕਟਰ ਪੋਟੈਂਸ਼ੀਅਲ ਪ੍ਰਤੀ ਇਸ ਤਬਦੀਲੀ ਕਰਨ ਵੇਲੇ ਇਹ ਸਟੇਸ਼ਨਰੀ ਹੀ ਰਹਿੰਦਾ ਹੈ। ਇੱਕ ਸਕੇਲਰ ਦੇ 4 ਡਾਇਮੈਂਸ਼ਨਲ ਗ੍ਰੇਡੀਐਂਟ ਨੂੰ ਜੋੜਨ ਦੇ ਨਾਲ ਕਣ ਦੀ ਗਤੀ ਉੱਤੇ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਇਹ ਐਕਸ਼ਨ ਨੂੰ ਸਿਰਫ ਸਿਰਿਆਂ ਵਾਲੇ ਬਿੰਦੂਆਂ ਉੱਤੇ ਪ੍ਰਭਾਵਿਤ ਕਰਦਾ ਹੈ। ਦਰਅਸਲ ਐਕਸ਼ਨ ਪ੍ਰਤੀ ਕੋਈ ਵੀ ਡੈਰੀਵੇਟਿਵ ਜੋੜਨਾ ਕੁਝ ਵੀ ਨਹੀਂ ਬਦਲਦਾ। ਅਸੀਂ ਕੋਈ ਪਰਵਾਹ ਨਹੀਂ ਕਰਦੇ ਕਿ ਐਸ ਕੀ ਹੈ। ਸਾਡੀ ਦਲੀਲ ਕਿਸੇ ਵੀ ਸਕੇਲਰ ਫੰਕਸ਼ਨ ਐਸ ਦੇ ਪ੍ਰਤੀ ਲਾਗੂ ਰਹਿੰਦੀ ਹੈ। ਇਹ ਗੇਜ ਇਨਵੇਰੀਐਂਸ ਦੀ ਧਾਰਨਾ ਹੈ। ਵੈਕਟਰ ਪੋਟੈਂਸ਼ੀਅਲ ਇੱਕ ਨਿਸ਼ਚਿਤ ਤਰੀਕੇ ਦੇ ਨਾਲ ਚਾਰਜ ਕੀਤੇ ਕਣ ਦੇ ਵਤੀਰੇ ਉੱਤੇ ਕੋਈ ਅਸਰ ਪਾਏ ਬਗੈਰ ਬਦਲਿਆ ਜਾ ਸਕਦਾ ਹੈ। ਇੱਕ ਵੈਕਟਰ ਪੋਟੈਂਸ਼ੀਅਲ ਦੇ ਵਿੱਚ ਡੈਲ ਐਸ ਬਾਈ ਡੈਲ ਐਕਸ ਮਿਊ ਜੋੜਨਾ ਗੇਜ ਟਰਾਂਸਫਰਮੇਸ਼ਨ ਕਿਹਾ ਜਾਂਦਾ ਹੈ। ਤਾਂ ਸ਼ਬਦ ਗੇਜ ਇੱਕ ਇਤਿਹਾਸਿਕ ਕਲਾਕ੍ਰਿਤੀ ਹੈ ਜਿਸ ਦਾ ਧਾਰਨਾ ਦੇ ਨਾਲ ਥੋੜਾ ਜਿਹਾ ਹੀ ਵਾਸਤਾ ਹੁੰਦਾ ਹੈ। ਗੇਜ ਇਨਵੇਰੀਐਂਸ ਇੱਕ ਦਲੇਰ ਦਾਅਵਾ ਕਰਦੀ ਹੈ। ਆਪਣੀ ਪਸੰਦ ਦੇ ਕਿਸੇ ਵੀ ਸਕੇਲਰ ਫੰਕਸ਼ਨ ਦਾ ਸੁਪਨਾ ਵੇਖੋ, ਵੈਕਟਰ ਪੋਟੈਂਸ਼ੀਅਲ ਵਿੱਚ ਇਸ ਦੇ ਗ੍ਰੇਡੀਐਂਟ ਨੂੰ ਜੋੜੋ ਅਤੇ ਗਤੀ ਦੀਆਂ ਸਮੀਕਰਨਾਂ ਬਿਲਕੁਲ ਇੱਕੋ ਜਿਹੀਆਂ ਰਹਿਣਗੀਆਂ। ਕੀ ਅਸੀਂ ਇਸ ਬਾਰੇ ਯਕੀਨ ਕਰ ਸਕਦੇ ਹਾਂ? ਖੋਜਣ ਲਈ ਠੀਕ ਗਤੀ ਦੀਆਂ ਇਕੁਏਸ਼ਨਾਂ ਵੱਲ ਵਾਪਸ ਜਾਓ। ਇਕੁਏਸ਼ਨ 6.33 ਦਾ ਲਾਰੈਂਸ ਫੋਰਸ ਨਿਯਮ ਜੋ ਅਸੀਂ ਪਹਿਲਾਂ ਪੜ੍ਹਿਆ, ਐਮ ਡੀ ਸਕੇਅਰ ਐਕਸ ਮਿਊ ਬਾਈ ਡੀ ਟਾਓ ਸਕੇਅਰ ਇਜ਼ ਇਕੁਅਲ ਟੂ ਈ ਡੀ ਐਕਸ ਨਿਊ ਬਾਈ ਡੀ ਟਾਓ गुणा डेल ए न्यू बाय डेल एक्स म्यू माइनस डेल एक्स म्यू बाय डेल एक्स न्यू। ये साड़ी इलैक्ट्रोमैग्नेटिज्म वाली इक्वेशन सी जो असी पिछले लैक्चर च पढ़ी है 6.33। असी इसनों इंज दोबारा लिख सकते हैं एम डी स्केयर एक्स म्यू बाय डी टाओ स्केयर इज इक्वल टू ई। असी इसनों शॉर्ट फॉर्म च भी लिख सकते हैं इसनों ई एफ म्यू न्यू यू न्यू। इसनों देखो एडी वड्डी क्वेश्चन है सारी इस तरह नाल भी लिखा जा सकता है। ये तुसीं किवें लिखा जाता है पिछले लैक्चर विचों सीख सकते हैं। जिथे एफ म्यू न्यू है जिहड़ा ये इस दे बराबर है जो ब्रैकटां दे अंदर लिखा हुआ डेल ए न्यू बाय डेल एक्स म्यू माइनस डेल एक्स म्यू बाय डेल एक्स न्यू। 7.6 नंबर इक्वेशन है इसका इन्ना हिस्सा है एफ म्यू न्यू। ये टेंसर है ਅਤੇ 4 ਵੈਲੋਸਿਟੀ ਯੂ ਨਿਊ ਦੇ ਨਾਲ ਇਸ ਨੂੰ ਗੁਣਾ ਕੀਤਾ ਵਾ। ਇਹ 4 ਯੂ ਨਿਊ ਹੈ ਜਿਹੜੀ ਇਹ ਹੁੰਦੀ ਹੈ ਇਹ ਜਿਵੇਂ ਐਕਸ ਨਿਊ ਦੀ ਟਾਈਮ ਡੈਰੀਵੇਟਿਵ ਦੀ ਜਗ੍ਹਾ ਪ੍ਰੋਪਰ ਟਾਈਮ ਦਾ ਡੈਰੀਵੇਟਿਵ ਹੈ ਇਹ ਐਕਸ ਨਿਊ ਦਾ ਡੀ ਐਕਸ ਨਿਊ ਬਾਏ ਡੀ ਟਾਓ। ਤਾਂ ਗਤੀ ਦੀਆਂ ਇਕੁਏਸ਼ਨਾਂ ਸਿੱਧੇ ਤੌਰ ਤੇ ਵੈਕਟਰ ਪੋਟੈਂਸ਼ੀਅਲ ਨੂੰ ਸ਼ਾਮਲ ਨਹੀਂ ਕਰਦੀਆਂ। ਉਹਨਾਂ ਦੇ ਵਿੱਚ ਫੀਲਡ ਟੈਂਸਰ ਐਫ ਮਿਊ ਨਿਊ ਸ਼ਾਮਲ ਹੁੰਦਾ ਜਿਸ ਦੇ ਐਲੀਮੈਂਟ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਕੰਪੋਨੈਂਟ ਹੁੰਦੇ ਆ। ਤਾਂ ਵੈਕਟਰ ਪੋਟੈਂਸ਼ੀਅਲ ਪ੍ਰਤੀ ਕੋਈ ਤਬਦੀਲੀ ਜੋ ਐਫ ਮਿਊ ਨਿਊ 'ਤੇ ਅਸਰ ਨਹੀਂ ਪਾਉਂਦੀ ਕਣ ਦੀ ਗਤੀ ਨੂੰ ਪ੍ਰਭਾਵਿਤ ਨਹੀਂ ਕਰੇਗੀ। ਸਾਡਾ ਕੰਮ ਇਹ ਸਿੱਧ ਕਰਨਾ ਕਿ ਫੀਲਡ ਟੈਂਸਰ ਐਫ ਮਿਊ ਨਿਊ ਗੇਜ ਇਨਵੇਰੀਐਂਟ ਹੈ। ਆਓ ਦੇਖੀਏ ਕੀ ਹੁੰਦਾ ਜਦੋਂ ਅਸੀਂ ਇਕੁਏਸ਼ਨ 7.6 ਦੇ ਵਿੱਚ ਇਸ ਦੇ ਵਿੱਚ ਐਫ ਮਿਊ ਨਿਊ ਦੇ ਵਿੱਚ ਵੈਕਟਰ ਪੋਟੈਂਸ਼ੀਅਲ ਦੇ ਪ੍ਰਤੀ ਇੱਕ ਸਕੇਲਰ ਦਾ ਗ੍ਰੇਡੀਐਂਟ ਜੋੜ ਦਿੰਦੇ ਹਾਂ। ਐਫ ਮਿਊ ਨਿਊ ਇਹ ਬਣ ਜਾਂਦਾ ਹੈ। ਫਿਰ ਏ ਨਿਊ ਦੇ ਵਿੱਚ ਜਦੋਂ ਅਸੀਂ ਇੱਕ ਡੈਲ ਐਸ ਬਾਏ ਡੈਲ ਐਕਸ ਨਿਊ ਜੋੜ ਦਿੰਦੇ ਹਾਂ
ਤੇ ਬਾਕੀ ਸਾਰਾ ਸੇਮ ਹੈ। ਤੇ ਇਹਦੇ ਦੂਜੇ ਏ ਮਿਊ ਦੇ ਵਿੱਚ ਅਸੀਂ ਡੈਲ ਐਸ ਬਾਏ ਡੈਲ ਐਕਸ ਮਿਊ ਜੋੜ ਦਿੰਦੇ ਹਾਂ। ਤਾਂ ਫਿਰ ਇਹ ਦੇਖਾਂਗੇ ਕਿ ਵੀ ਇਸ ਨੂੰ ਕੀ ਫਰਕ ਪੈਂਦਾ। 7.7 ਨੰਬਰ ਇਕੁਏਸ਼ਨ ਅਸੀਂ ਲਿਖਾਂਗੇ ਇਸ ਨੂੰ। ਤੇ ਇੱਥੇ ਲਿਖਤੀ ਅਸੀਂ 7.7 ਨੰਬਰ ਇਕੁਏਸ਼ਨ। ਇਹ ਗੁੰਝਲਦਾਰ ਲੱਗਦੀ ਹੈ ਪਰ ਇਹ ਬਹੁਤ ਸੌਖਾ ਸਰਲ ਹੋ ਜਾਂਦੀ ਹੈ। ਇੱਕ ਜੋੜ ਦਾ ਡੈਰੀਵੇਟਿਵ ਹੈ ਜਿਹੜਾ, ਜਿਵੇਂ ਆ ਜੋੜ ਹੈ, ਇਸ ਦਾ ਡੈਰੀਵੇਟਿਵਾਂ ਦਾ ਜੋੜ ਹੁੰਦਾ। ਦੋਵਾਂ ਨੂੰ ਅਲੱਗ-ਅਲੱਗ ਲਿਖ ਦਿਓ। ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਇਸ ਨੂੰ, ਐਫ ਮਿਊ ਨਿਊ ਇਜ਼ ਇਕੁਅਲ ਟੂ ਡੈਲ ਏ ਨਿਊ ਬਾਏ ਡੈਲ ਐਕਸ ਮਿਊ। ਇਹ ਤਾਂ ਓਰੀਜਨਲ ਫੰਕਸ਼ਨ ਹੈਗਾ ਹੀ ਹੈ ਸਾਡਾ, ਜੋ ਓਰੀਜਨਲ ਰਕਮ ਹੈ। ਇਸ ਦੇ ਵਿੱਚ ਪਲੱਸ ਕਰਕੇ ਇਹ ਜੁੜ ਜਾਏਗਾ ਇਸ ਵਿੱਚ ਡੈਲ ਐਸ ਬਾਏ ਡੈਲ ਐਕਸ ਮਿਊ। ਇਸ ਦਾ ਡੈਰੀਵੇਟਿਵ ਹੈ ਡੈਲ ਐਕਸ ਮਿਊ ਦੇ ਨਾਲ। ਇਸੇ ਤਰ੍ਹਾਂ ਇਹ ਵਾਲੀ ਦੂਜੀ ਰਕਮ ਨੂੰ ਅਸੀਂ ਇੱਥੇ ਲਿਖ ਦਿੰਦੇ ਹਾਂ ਡੈਲ ਏ ਮਿਊ ਬਾਏ ਡੈਲ ਐਕਸ ਨਿਊ। ਇਹ ਤਾਂ ਸਾਡੇ ਕੋਲ ਹੈਗਾ ਹੀ ਸੀਗਾ ਇੱਥੇ, ਜਿਵੇਂ 7.6 ਵਿੱਚ। ਇਸ ਵਿੱਚ ਇਹ ਵਾਧੂ ਰਕਮ ਜੁੜ ਜਾਂਦੀ ਹੈ ਡੈਲ ਐਸ ਬਾਏ ਡੈਲ ਐਕਸ ਮਿਊ। ਇਸ ਦਾ ਐਕਸ ਨਿਊ ਡੈਰੀਵੇਟਿਵ, ਇਸ ਦਾ ਐਕਸ ਨਿਊ ਡੈਰੀਵੇਟਿਵ। ਅਤੇ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਨਾਲ ਅਸੀਂ ਦੇਖ ਸਕਦੇ ਹਾਂ, ਇਹ ਜਿਹੜਾ ਇਹ ਵਾਲੀ ਇਸ ਨੂੰ ਥੱਲੇ ਉਤਾਰ ਕੇ ਐਵੇਂ ਲਿਖ ਸਕਦੇ ਹਾਂ ਅਸੀਂ ਐਕਸ ਮਿਊ ਐਕਸ ਨਿਊ। ਅਤੇ ਇੱਧਰ ਹੈਗੀ ਹੈ ਐਕਸ ਮਿਊ ਐਕਸ ਨਿਊ। ਇੱਧਰ ਐਕਸ ਮਿਊ ਪਹਿਲਾਂ ਐਕਸ ਨਿਊ ਬਾਅਦ ਵਿੱਚ ਤੇ ਹੈ। ਇੱਥੇ ਅਖੀਰਲੀ ਰਕਮ ਦੇ ਵਿੱਚ ਐਕਸ ਨਿਊ ਪਹਿਲਾਂ ਐਕਸ ਮਿਊ ਬਾਅਦ ਵਿੱਚ ਤੇ ਹੈ। ਅਸੀਂ ਇਹਨਾਂ ਨੂੰ ਆਪਸ ਵਿੱਚ ਇੰਟਰਚੇਂਜ ਕਰ ਸਕਦੇ ਹਾਂ। ਪਰ ਅਸੀਂ ਜਾਣਦੇ ਹਾਂ ਕਿ ਪਾਰਸ਼ਲ ਡੈਰੀਵੇਟਿਵ ਲੈਣ ਦਾ ਕ੍ਰਮ ਹੈ ਜਿਹੜਾ, ਇਹ ਕੋਈ ਫਰਕ ਨਹੀਂ ਪਾਉਂਦਾ। ਦੂਜੇ ਸ਼ਬਦਾਂ ਵਿੱਚ ਅਸੀਂ ਇਸ ਨੂੰ ਐਕਸ ਮਿਊ ਲਿਖ ਸਕਦੇ ਹਾਂ ਇਸ ਰਕਮ ਨੂੰ। ਅਤੇ ਇਹ ਇਸ ਰਕਮ ਦੇ ਬਰਾਬਰ ਹੋ ਜਾਏਗੀ ਜਿਹੜੀ ਲਾਸਟ ਵਾਲੀ ਹੈ। ਇਹ ਐਕਸ ਨਿਊ ਦੇ ਬਰਾਬਰ ਹੁੰਦੀ ਹੈ। ਇਹ ਜੋ ਦੋਵਾਂ ਨੂੰ ਆਪਸ 'ਚ ਇੰਟਰਚੇਂਜ ਕਰਕੇ ਅਸੀਂ ਡੈਰੀਵੇਟਿਵ ਦੇ ਥੱਲੇ ਵਾਲੇ ਹਿੱਸਿਆਂ ਨੂੰ ਆਪਸ 'ਚ ਇੰਟਰਚੇਂਜ ਕਰ ਸਕਦੇ ਹਾਂ। ਉੱਪਰ ਡੈਲ ਸਕੇਅਰ ਐਸ ਏ ਹੁੰਦਾ। ਇਸ ਲਈ ਇਕੁਏਸ਼ਨ 7.8 ਆ ਜਿਹੜੀ, ਇਹ ਦੋਵੇਂ ਦੂਜੇ ਦਰਜੇ ਦਾ ਡੈਰੀਵੇਟਿਵ ਬਰਾਬਰ ਹੋ ਕੇ ਇਹ ਦੋਵੇਂ ਕੈਂਸਲ ਹੋ ਜਾਂਦੇ। ਸਾਡੇ ਕੋਲ ਇਕੱਲੀ ਇਹੀ ਜੋ ਓਰੀਜਨਲ ਰਕਮ ਹੈ 7.6 ਵਾਲੀ, ਇਹੀ ਇਕੱਲੀ ਬਚ ਜਾਂਦੀ ਹੈ। ਦੂਜੇ ਅੰਸ਼ਕ ਡੈਰੀਵੇਟਿਵਾਂ ਦੀ ਇਹ ਵਿਸ਼ੇਸ਼ਤਾ ਉਹਨਾਂ ਫੰਕਸ਼ਨਾਂ ਦੇ ਲਈ ਸਹੀ ਹੈ ਜੋ ਸਾਡੇ ਦਿਲਚਸਪੀ ਦੇ ਹੁੰਦੇ ਆ। ਅਜਿਹੇ ਫੰਕਸ਼ਨ ਮੌਜੂਦ ਆ ਜਿਨ੍ਹਾਂ ਦੇ ਵਿੱਚ ਇਹ ਵਿਸ਼ੇਸ਼ਤਾ ਨਹੀਂ ਹੁੰਦੀ। ਨਤੀਜਾ ਇਸਦਾ ਇਹ ਹੁੰਦਾ ਕਿ ਐਫ ਮਿਊ ਨਿਊ ਆ ਜਿਹੜਾ, ਇਹ ਇਕੱਲਾ ਆਹੀ ਦੋ ਰਕਮਾਂ ਬਚ ਜਾਂਦੀਆਂ ਸਾਡੇ ਕੋਲ, ਡੈਲ ਏ ਨਿਊ ਬਾਏ ਡੈਲ ਐਕਸ ਮਿਊ ਮਾਈਨਸ ਡੈਲ ਏ ਮਿਊ ਬਾਏ ਡੈਲ ਐਕਸ ਨਿਊ, ਜਿਹੜੀ ਕਿ 7.6 ਨੰਬਰ ਇਕੁਏਸ਼ਨ ਹੈ। ਜੋ ਇਕੁਏਸ਼ਨ 7.6 ਹੀ ਹੁੰਦੀ ਹੈ, ਇਹ ਚੱਕਰ ਮੁਕਾ ਦਿੰਦੀ ਹੈ। 4 ਵੈਕਟਰ ਪੋਟੈਂਸ਼ੀਅਲ ਪ੍ਰਤੀ ਇੱਕ ਸਕੇਲਰ ਦਾ ਗ੍ਰੇਡੀਐਂਟ ਜੋੜਨਾ ਗਤੀ ਦੀਆਂ ਇਕੁਏਸ਼ਨਾਂ ਉੱਤੇ ਜਾਂ ਐਕਸ਼ਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਾਉਂਦਾ। ਲਾਸਟ ਵਿੱਚ ਅਸੀਂ ਪੜ੍ਹਾਂਗੇ ਦ੍ਰਿਸ਼ਟੀਕੋਣ। ਜੇਕਰ ਸਾਡਾ ਮੰਤਵ ਸੀਗਾ ਜਿਹੜਾ ਇਹ ਕਣਾਂ ਅਤੇ ਇਲੈਕਟ੍ਰੋਮੈਗਨੈਟਿਕ ਫੀਲਡਾਂ ਦੇ ਲਈ ਗਤੀ ਦੀਆਂ ਇਕੁਏਸ਼ਨਾਂ ਲਿਖਣਾ ਹੀ ਸੀ, ਤਾਂ ਅਸੀਂ ਇੱਕ ਵੈਕਟਰ ਪੋਟੈਂਸ਼ੀਅਲ ਜੋੜਨ ਦੀ ਖੇਚਲ ਕਿਉਂ ਕੀਤੀ। ਖਾਸ ਤੌਰ 'ਤੇ ਜੇਕਰ ਅਸੀਂ ਇਸ ਨੂੰ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਨੂੰ ਛੇੜੇ ਬਗੈਰ ਹੀ ਬਦਲ ਸਕਦੇ ਹਾਂ। ਤਾਂ ਜਵਾਬ ਇਹ ਹੈ ਕਿ ਇੱਕ ਕਣ ਦੀ ਗਤੀ ਦੇ ਲਈ ਇੱਕ ਐਕਸ਼ਨ ਪ੍ਰਿੰਸੀਪਲ ਲਿਖਣ ਦਾ ਕੋਈ ਤਰੀਕਾ ਨਹੀਂ ਹੁੰਦਾ ਜਿਸ ਦੇ ਵਿੱਚ ਵੈਕਟਰ ਪੋਟੈਂਸ਼ੀਅਲ ਸ਼ਾਮਲ ਨਾ ਕੀਤਾ ਗਿਆ ਹੋਵੇ। ਇੱਕ ਦਿੱਤੇ ਹੋਏ ਬਿੰਦੂ ਉੱਤੇ ਵੈਕਟਰ ਪੋਟੈਂਸ਼ੀਅਲ ਦਾ ਮੁੱਲ ਅਜੇ ਵੀ ਭੌਤਿਕੀ ਤੌਰ 'ਤੇ ਅਰਥ ਨਹੀਂ ਰੱਖਦਾ ਅਤੇ ਇਸ ਨੂੰ ਨਾਪਿਆ ਵੀ ਨਹੀਂ ਜਾ ਸਕਦਾ। ਜੇਕਰ ਤੁਸੀਂ ਇਸ ਨੂੰ ਇੱਕ ਸਕੇਲਰ ਦੇ ਗ੍ਰੇਡੀਐਂਟ ਰਾਹੀਂ ਜੋੜ ਕੇ ਬਦਲ ਦਿੰਦੇ ਹੋ ਤਾਂ ਭੌਤਿਕ ਗਿਆਨ ਤਾਂ ਵੀ ਬਦਲਦੀ ਨਹੀਂ ਹੁੰਦੀ। ਕੁਝ ਇਨਵੇਰੀਐਂਸਾਂ ਸਪਸ਼ਟ ਤੌਰ 'ਤੇ ਭੌਤਿਕੀ ਅਰਥ ਰੱਖਦੀਆਂ। ਇੱਕੋ ਸਮੱਸਿਆ ਦੇ ਵਿੱਚ ਦੋ ਭੌਤਿਕੀ ਰੈਫਰੈਂਸ ਫਰੇਮਾਂ ਤੁਹਾਡੀਆਂ ਅਤੇ ਮੇਰੀ ਫਰੇਮ ਦੀ ਕਲਪਨਾ ਕਰਨੀ ਕਠਨ ਨਹੀਂ ਹੈ, ਅਤੇ ਉਹਨਾਂ ਦਰਮਿਆਨ ਬਦਲਣਾ ਵੀ ਆਪਸ ਵਿੱਚ ਉਹਨਾਂ ਨੂੰ ਕਠਨ ਨਹੀਂ ਹੁੰਦਾ। ਗੇਜ ਇਨਵੇਰੀਐਂਸ ਵੱਖਰੀ ਚੀਜ਼ ਹੈ। ਇਹ ਕੋਆਰਡੀਨੇਟਾਂ ਦੀਆਂ ਟਰਾਂਸਫਰਮੇਸ਼ਨਾਂ ਬਾਰੇ ਨਹੀਂ ਹੁੰਦੀ। ਇਹ ਵੇਰਵੇ ਦਾ ਫਾਲਤੂਪਣ ਹੈ। ਗੇਜ ਇਨਵੇਰੀਐਂਸ ਦਾ ਅਰਥ ਹੈ ਕਿ ਕਈ ਵੇਰਵੇ ਹੈ ਜੋ ਸਾਰੇ ਇੱਕ ਦੂਜੇ ਦੇ ਬਰਾਬਰ ਹੈ। ਜੋ ਨਵਾਂ ਹੈ ਉਹ ਇਹ ਹੈ ਕਿ ਇਹ ਪੋਜੀਸ਼ਨ ਦਾ ਇੱਕ ਫੰਕਸ਼ਨ ਸ਼ਾਮਲ ਕਰਦੀ ਹੈ। ਉਦਾਹਰਨ ਲਈ ਜਦੋਂ ਅਸੀਂ ਨਿਰਦੇਸ਼ਾਂਕਾਂ ਨੂੰ ਘੁਮਾਉਂਦੇ ਹਾਂ ਤਾਂ ਅਸੀਂ ਵੱਖਰੀਆਂ ਲੋਕੇਸ਼ਨਾਂ ਉੱਤੇ ਵੱਖਰੇ ਤਰੀਕੇ ਨਾਲ ਨਹੀਂ ਘੁਮਾਉਂਦੇ। ਰੋਟੇਸ਼ਨ ਦੀ ਕਿਸਮ ਸਧਾਰਨ ਭੌਤਿਕ ਗਿਆਨ ਅੰਦਰ ਇੱਕ ਇਨਵੇਰੀਐਂਸ ਨਹੀਂ ਪ੍ਰਭਾਸ਼ਿਤ ਕਰੇਗੀ। ਅਸੀਂ ਇੱਕੋ ਵਾਰ ਘੁਮਾਉਂਦੇ ਹਾਂ ਅਤੇ ਸਿਰਫ ਇੱਕ ਵਾਰ ਇੱਕ ਵਿਸ਼ੇਸ਼ ਕੋਣ ਰਾਹੀਂ ਘੁਮਾਉਂਦੇ ਹਾਂ। ਅਜਿਹੇ ਤਰੀਕੇ ਨਾਲ ਘੁਮਾਉਂਦੇ ਹਾਂ ਕਿ ਇਹ ਪੋਜੀਸ਼ਨ ਦੇ ਇੱਕ ਫੰਕਸ਼ਨ ਨੂੰ ਸ਼ਾਮਲ ਨਾ ਕਰੇ। ਦੂਜੇ ਪਾਸੇ ਇੱਕ ਗੇਜ ਟਰਾਂਸਫਰਮੇਸ਼ਨ ਇੱਕ ਪੂਰਾ ਫੰਕਸ਼ਨ ਜੋ ਪੋਜੀਸ਼ਨ ਦਾ ਇੱਕ ਮਨ ਚਾਹਾ ਫੰਕਸ਼ਨ ਹੁੰਦਾ, ਇਸ ਨੂੰ ਸ਼ਾਮਲ ਕਰਦੀ ਹੈ।
ਗੇਜ ਇਨਵੇਰੀਐਂਸ ਭੌਤਿਕ ਗਿਆਨ ਦੀ ਹਰੇਕ ਗਿਆਤ ਥਿਊਰੀ ਦਾ ਇੱਕ ਲੱਛਣ ਹੁੰਦੀ ਹੈ। ਤਾਂ ਕੁਆਂਟਮ ਇਲੈਕਟ੍ਰੋਡਾਇਨਾਮਿਕਸ, ਸਟੈਂਡਰਡ ਮਾਡਲ, ਯਾਂਗ ਮਿਲਸ ਥਿਊਰੀ, ਗ੍ਰੈਵਿਟੀ ਸਭ ਆਪਣੀਆਂ ਗੇਜ ਇਨਵੇਰੀਐਂਸਾਂ ਰੱਖਦੀਆਂ। ਤੁਸੀਂ ਸ਼ਾਇਦ ਇਹ ਪ੍ਰਭਾਵ ਬਣਾਇਆ ਹੋਵੇਗਾ ਕਿ ਗੇਜ ਇਨਵੇਰੀਐਂਸ ਇੱਕ ਦਿਲਚਸਪ ਗਣਿਤਿਕ ਵਿਸ਼ੇਸ਼ਤਾ ਹੈ ਜਿਸ ਦਾ ਕੋਈ ਵਿਹਾਰਿਕ ਮਹੱਤਵ ਨਹੀਂ ਹੈਗਾ। ਇਹ ਇੱਕ ਗਲਤੀ ਹੋਵੇਗੀ। ਗੇਜ ਇਨਵੇਰੀਐਂਸ ਸਾਨੂੰ ਕਿਸੇ ਭੌਤਿਕੀ ਸਮੱਸਿਆ ਦੇ ਵੱਖਰੇ ਪਰ ਬਰਾਬਰ ਦੇ ਗਣਿਤਿਕ ਵਰਣਨ ਲਿਖਣ ਦੀ ਆਗਿਆ ਦਿੰਦੀ ਹੈ। ਕਈ ਵਾਰੀ ਅਸੀਂ ਵੈਕਟਰ ਪੋਟੈਂਸ਼ੀਅਲ ਦੇ ਵਿੱਚ ਕੁਝ ਜੋੜ ਕੇ ਸਮੱਸਿਆ ਨੂੰ ਸਰਲ ਬਣਾ ਸਕਦੇ ਹਾਂ। ਉਦਾਹਰਨ ਲਈ ਅਸੀਂ ਇੱਕ ਐਸ ਚੁਣ ਸਕਦੇ ਹਾਂ ਜੋ ਏ ਮਿਊ ਦੇ ਕਿਸੇ ਇੱਕ ਹਿੱਸੇ ਨੂੰ 0 ਦੇ ਬਰਾਬਰ ਵੀ ਸੈੱਟ ਕਰ ਸਕਦਾ ਹੈ। ਆਮ ਤੌਰ 'ਤੇ ਅਸੀਂ ਕਿਸੇ ਥਿਊਰੀ ਦੇ ਇੱਕ ਪਹਿਲੂ ਨੂੰ ਦਰਸਾਉਣ ਲਈ ਜਾਂ ਸਪਸ਼ਟ ਕਰਨ ਦੇ ਲਈ ਇੱਕ ਖਾਸ ਫੰਕਸ਼ਨ ਐਸ ਦੀ ਚੋਣ ਕਰਾਂਗੇ। ਇਹ ਥਿਊਰੀ ਦੀ ਇੱਕ ਵੱਖਰੀ ਵਿਸ਼ੇਸ਼ਤਾ ਨੂੰ ਅਸਪਸ਼ਟ ਕਰਨ ਦੀ ਕੀਮਤ 'ਤੇ ਆ ਸਕਦਾ ਹੈ। ਥਿਊਰੀ ਨੂੰ ਐਸ ਦੀਆਂ ਸਾਰੀਆਂ ਸੰਭਵ ਚੋਣਾਂ ਦੇ ਦ੍ਰਿਸ਼ਟੀਕੋਣ ਤੋਂ ਦੇਖ ਕੇ ਅਸੀਂ ਇਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਦੇਖ ਸਕਦੇ ਹਾਂ। ਤਾਂ ਇਸ ਦੇ ਨਾਲ ਹੀ ਅੱਜ ਵਾਲਾ ਲੈਕਚਰ ਸਮਾਪਤ ਹੁੰਦਾ। ਇਸ ਤੋਂ ਬਾਅਦ ਵੱਡਾ ਲੈਕਚਰ ਸ਼ੁਰੂ ਹੋਏਗਾ 8ਵਾਂ ਅੱਗੇ, ਮੈਕਸਵੈਲ ਇਕੁਏਸ਼ਨਾਂ। ਇਸ ਦੇ ਵਿੱਚ ਪੜ੍ਹਾਂਗੇ ਅਸੀਂ ਆਇਨਸਟਾਈਨ ਦੀ ਉਦਾਹਰਨ, ਬੜੀ ਇੰਟਰਸਟਿੰਗ ਉਦਾਹਰਨ ਹੈ, ਤੇ ਫੀਲਡ ਟੈਂਸਰ ਟਰਾਂਸਫਰਮੇਸ਼ਨ। ਇਸ ਤੋਂ ਬਾਅਦ ਆਇਨਸਟਾਈਨ ਦੀ ਫਿਰ ਉਦਾਹਰਨ ਦਾ ਸਾਰਾਂਸ਼। ਇਸ ਤੋਂ ਬਾਅਦ ਮੈਕਸਵੈਲ ਇਕੁਏਸ਼ਨਾਂ ਦੇ ਨਾਲ ਜਾਣ ਪਛਾਣ ਕਰਾਈ ਜਾਏਗੀ। ਫਿਰ ਵੈਕਟਰ ਆਇਡੈਂਟੀਟੀਆਂ, ਮੈਗਨੈਟਿਕ ਫੀਲਡਾਂ ਤੇ ਇਲੈਕਟ੍ਰਿਕ ਫੀਲਡਾਂ। ਤੇ ਇਸ ਤੋਂ ਬਾਅਦ 2 ਹੋਰ ਮੈਕਸਵੈਲ ਇਕੁਏਸ਼ਨਾਂ ਦੀ ਗੱਲ ਹੋਏਗੀ। ਇਸ ਤੋਂ ਬਾਅਦ ਚਾਰਜ ਅਤੇ ਕਰੰਟ ਡੈਂਸਿਟੀ ਬਾਰੇ ਪੜ੍ਹਾਂਗੇ ਤੇ ਚਾਰਜ ਕੰਜ਼ਰਵੇਸ਼ਨ ਬਾਰੇ ਪੜ੍ਹਾਂਗੇ। ਮੈਕਸਵੈਲ ਇਕੁਏਸ਼ਨਾਂ ਦਾ ਟੈਂਸਰ ਰੂਪ ਪੜ੍ਹਾਂਗੇ ਤੇ ਬਿਆਨਚੀ ਆਇਡੈਂਟੀਟੀ ਪੜ੍ਹਾਂਗੇ ਆਖਿਰ ਵਿੱਚ। ਵੀਡੀਓ ਦੇਖਣ ਲਈ ਧੰਨਵਾਦ।